ਅੱਜ ਅਸੀਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਸਤਿਗੁਰ ਕਿਵੇਂ ਇੱਕ ਸਿੱਖ ਤੋਂ ਸਿੱਖ ਵੀ ਨਹੀਂ ਸਨ। ਮਤਲਬ ਇੱਕ ਇਨਸਾਨ ਤੋਂ ਸਿੱਖ ਬਣਨਾ ਔਰ ਸਿੱਖ ਤੋਂ ਫਿਰ ਇੰਨੀਆਂ ਬੁਲੰਦੀਆਂ ਨੂੰ ਛੂਹ ਜਾਣਾ ਕਿ ਗੁਰੂ ਦਾ ਰੂਪ ਹੀ ਬਣ ਗਏ। ਸੋ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਅਸੀਂ ਥੋੜੇ ਜਿਹੇ ਦਰਸ਼ਨ ਕਰਾਂਗੇ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹਿਮਾ ਅਗਾਧ ਬੋਧ ਹੈ ਸੰਗਤ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਚਨ ਨੇ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸੋ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਸੀਂ ਦਰਸ਼ਨ ਕਰਦੇ ਹਾਂ ਨਾ, ਅੱਜ ਅਸੀਂ ਸੁਰਤੀ ਨਾਲ ਦਰਸ਼ਨ ਕਰਨੇ ਨੇ, ਮਨ ਦੇ ਨਾਲ, ਭਾਵਨਾ ਦੇ ਨਾਲ ਦਰਸ਼ਨ ਕਰਨੇ ਨੇ। ਤੋ ਸਤਿਗੁਰਾਂ ਦੇ ਦਰਸ਼ਨਾਂ ਦਾ ਇਤਨਾ ਫਲ ਹੈ ਕਿ ਜਨਮਾਂ ਜਨਮਾਂ ਦੇ ਜਿਹੜੇ ਸਾਡੇ ਜਨਮ ਮਰਨ ਦਾ ਦੁੱਖ ਸਾਨੂੰ ਚਿੰਬੜਿਆ ਹੋਇਆ ਨਾ, ਇਹ ਕੱਟਿਆ ਜਾਂਦਾ। ਤੋ ਸਾਰਿਆਂ ਨੂੰ ਬਲੇਸਿੰਗਸ ਮਿਲ ਰਹੀਆਂ ਨੇ ਗੁਰੂ ਅੰਗਦ ਦੇਵ ਜੀ ਦੀਆਂ ਸੰਗਤ ਜੀ। ਤੋ ਅਸੀਂ ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ ਥੋੜੇ ਜਿਹੇ ਦਰਸ਼ਨ ਕਰੀਏ ਕਿ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਹਾਲੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਨੇ। ਇਹਨਾਂ ਮੱਤੇ ਕੀ ਸਰਾਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਸੀ। ਬਾਬਾ ਫੇਰੂਮਲ ਜੀ ਪਿਤਾ ਜੀ ਨੇ, ਮਾਤਾ ਰਾਮਾ ਕੌਰ ਜੀ ਜਿਹੜੇ ਨੇ, ਰਾਮਾ ਦੇਵੀ ਜੀ ਉਹ ਮਾਤਾ ਜੀ ਨੇ। ਉਹਨਾਂ ਨੇ ਜਿਹੜਾ ਬੜੇ ਮਾਤਾ ਪਿਤਾ ਬਹੁਤ ਹੀ ਬੰਦਗੀ ਵਾਲਾ ਪਰਿਵਾਰ ਹੈ, ਸਾਤਵਿਕ, ਅੱਛੀਆਂ ਸੁੱਚੀਆਂ ਬਿਰਤੀਆਂ ਵਾਲਾ ਪਰਿਵਾਰ। ਲੇਕਿਨ ਜੋ ਪਿਤਾ ਫੇਰੂਮਲ ਜੀ ਨੇ, ਉਹ ਦੇਵੀ ਦੀ ਉਪਾਸਨਾ ਕਰਦੇ ਨੇ, ਦੇਵੀ ਨੂੰ ਮੰਨਦੇ ਨੇ। ਕਦੀ ਜਵਾਲਾ ਜੀ ਦੇਵੀ ਦੇ ਜਾਂਦੇ ਨੇ, ਕਦੀ ਵੈਸ਼ਨੋ ਦੇਵੀ ਦੇ ਜਾਂਦੇ ਨੇ। ਸੋ ਜਿਵੇਂ ਅਸੀਂ ਕਦੀ ਆਪਣਾ ਹਰਮੰਦਰ ਸਾਹਿਬ ਚਲ ਜਾਈਏ, ਕਦੀ ਅਨੰਦਪੁਰ ਸਾਹਿਬ ਚਲ ਜਾਈਏ, ਜਿੱਥੇ ਜਿੱਥੇ ਸਾਡੇ ਗੁਰੂ ਦੇ ਸਥਾਨ ਨੇ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਨੇ, ਸਾਡੇ ਗੁਰੂ ਦੇ ਸਥਾਨ ਹੁੰਦੇ ਨੇ। ਤੇ ਜਿੱਥੇ ਮਹਾਰਾਜ ਦੇ ਚਰਨ ਛੋਹ ਸਥਾਨ ਨੇ, ਉਹ ਸਤਿਗੁਰਾਂ ਦੇ ਸਥਾਨ ਨੇ। ਤੇ ਇਵੇਂ ਹੀ ਉਹ ਦੇਵੀ ਦੇ, ਕਿਉਂਕਿ ਉਪਾਸ਼ਕ ਸੰਤ ਦੇਵੀਆਂ ਦੇ ਸਥਾਨਾਂ ਤੇ ਜਾਂਦੇ ਸਨ। ਔਰ ਇਹਨਾਂ ਦੇ ਪਿਤਾ ਜੀ ਕਿਰਤ ਕਮਾਈਆਂ ਵੀ ਆਪਣੀਆਂ ਕਰਦੇ ਸਨ। ਸੋ ਪੁੱਤਰ ਵੀ ਇਸ ਤਰ੍ਹਾਂ ਦੀ ਭਾਵਨਾ ਵਾਲਾ ਸੀ। ਭਾਈ ਲਹਿਣਾ ਜੀ ਵੀ ਦੇਵੀ ਦੀ ਹੀ ਆਰਾਧਨਾ ਕਰਦੇ ਸਨ। ਤਾਂ ਬਾਬਾ ਫੇਰੂਮਲ ਜੀ ਉਹ ਲੋਕਾਂ ਨੂੰ ਇਕੱਠੇ ਕਰਕੇ ਸੰਗਤ ਦੇਵੀ ਦੇ ਲੈ ਕੇ ਜਾਇਆ ਕਰਦੇ ਸਨ। ਜਿਵੇਂ ਅਸੀਂ ਮਿਲ ਕੇ ਹਜ਼ੂਰ ਸਾਹਿਬ ਸੰਗਤ ਲੈ ਜਾਈਏ, ਕਿੰਨੀ ਜਗ੍ਹਾ ਲੈ ਕੇ ਜਾਂਦੀਆਂ ਸੰਗਤਾਂ, ਤਾਂ ਉਹ ਵੀ ਆਪਣੀ ਭਾਵਨਾ ਦੇ ਨਾਲ ਦੇਵੀ ਦੇ ਲੈ ਕੇ ਜਾਂਦੇ ਸੀਗੇ। ਫਿਰ ਕੀ ਹੋ ਗਿਆ, ਜਦੋਂ 16 ਸਾਲਾਂ ਦਾ ਜਦੋਂ ਸਤਿਗੁਰਾਂ ਦਾ ਭਾਈ ਲਹਿਣਾ ਜੀ ਦਾ ਸਰੀਰ ਹੋਇਆ, ਤਾਂ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਮਾਤਾ ਖੀਵੀ ਜੀ ਦੇ ਨਾਲ। ਉਹ ਖਡੂਰ ਪਿੰਡ ਤੋਂ ਨੇ, ਖਡੂਰ ਸਾਹਿਬ ਹੁਣ ਜਿਹਨਾਂ ਨੂੰ ਅਸੀਂ ਕਹਿੰਦੇ ਆ, ਤਾਂ ਉਸ ਪਿੰਡ ਤੋਂ ਨੇ। ਤੇ ਫਿਰ ਥੋੜੇ ਸਮੇਂ ਬਾਅਦ ਜਿਹੜੀ ਮੱਤੇ ਕੀ ਸਰਾਂ ਜਿੱਥੇ ਭਾਈ ਲਹਿਣਾ ਜੀ ਦਾ ਪ੍ਰਕਾਸ਼ ਹੋਇਆ ਸੀ, ਉਹਨੂੰ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਉਜਾੜ ਦਿੱਤਾ। ਹਾਕਮ ਆ ਕੇ ਅਟੈਕ ਕਰਦੇ ਸਨ ਤਾਂ ਉਹ ਉਜਾੜ ਦਿੱਤਾ। ਫਿਰ ਬਾਬਾ ਫੇਰੂਮਲ ਜੀ ਆਪਣੇ ਪਰਿਵਾਰ ਨੂੰ ਲੈ ਕੇ ਖਡੂਰ ਸਾਹਿਬ ਆ ਗਏ। ਇੱਕ ਤਾਂ ਭਾਈ ਲਹਿਣਾ ਜੀ ਦਾ ਉੱਥੇ ਸਹੁਰਾ ਪਰਿਵਾਰ ਹੈ, ਹੈਲਪ ਮਿਲ ਜਾਂਦੀ ਨਾ, ਪਿੰਡ ਉੱਜੜ ਜਾਵੇ ਤਾਂ ਬੰਦਾ ਆਪਣੇ ਰਿਸ਼ਤੇਦਾਰਾਂ ਦੇ ਕੋਲ ਹੀ ਜਾਂਦਾ ਹੈ। ਇੱਕ ਮਾਤਾ ਵਿਰਾਈ ਜੀ ਵੀ, ਜਿਹੜੇ ਗੁਰੂ ਅੰਗਦ ਦੇਵ ਜੀ ਦੇ ਰਿਸ਼ਤੇ ਵਿੱਚ ਭੂਆ ਲੱਗਦੇ ਨੇ ਔਰ ਬਾਬਾ ਫੇਰੂਮਲ ਜੀ ਦੇ ਭੈਣ ਲੱਗਦੇ ਨੇ। ਉਹਨਾਂ ਦੇ ਦੋ ਪਰਿਵਾਰਾਂ ਦੀ ਉੱਥੇ ਹੈਲਪ ਹੈ, ਤਾਂ ਖਡੂਰ ਸਾਹਿਬ ਆ ਕੇ ਵਸ ਗਏ। ਉੱਥੇ ਆ ਕੇ ਇਹਨਾਂ ਨੇ ਕਰਿਆਨੇ ਦਾ ਸਟੋਰ, ਕਰਿਆਨੇ ਦੀ ਦੁਕਾਨ ਆਪਣੀ ਖੋਲੀ, ਕਿਉਂਕਿ ਪੇਟ ਤਾਂ ਭਰਨਾ ਹੀ ਹੈ। ਸੋ ਆਪਣਾ ਇੰਡੀਪੈਂਡੈਂਟ ਕੰਮ ਕਰਨੀ ਸ਼ੁਰੂ ਕਰ ਦਿੱਤੀ। ਤੇ 2 ਸਾਲਾਂ ਬਾਅਦ ਬਾਬਾ ਫੇਰੂਮਲ ਜੀ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਜੇ। ਹੁਣ ਜਿਹੜੇ ਭਾਈ ਲਹਿਣਾ ਜੀ ਨੇ, ਇਹ ਆਸ-ਪਾਸ ਦੇ ਇੱਥੇ ਹੁਣ ਖਡੂਰ ਸਾਹਿਬ ਦੇ ਲੋਕਾਂ ਨੂੰ ਇਕੱਠੇ ਕਰਕੇ ਦੇਵੀ ਦੇ ਲੈ ਕੇ ਜਾਂਦੇ ਨੇ ਹਰ ਸਾਲ। ਸਾਲ ਵਿੱਚ 2 ਵਾਰ ਵੀ ਲੈ ਕੇ ਜਾਂਦੇ ਨੇ। ਤਾਂ ਸੱਚ ਦੀ ਤਲਾਸ਼ ਹੈ, ਅੰਦਰ ਭੁੱਖ ਸੱਚੀ ਹੈ, ਤਲਾਸ਼ ਸੱਚੀ ਹੈ, ਲੇਕਿਨ ਹਾਲੇ ਮਾਰਗ ਪੂਰਾ ਸੱਚਾ ਨਹੀਂ ਮਿਲਿਆ। ਹਾਲੇ ਇੱਕ ਦੇਵੀਆਂ ਦੀ ਆਰਾਧਨਾ ਕਰ ਰਹੇ ਨੇ, ਜਦੋਂ ਕਿ ਅਕਾਲ ਪੁਰਖ ਦੇ ਸਿਸਟਮ ਦੇ ਵਿੱਚ ਕਿੰਨੇ ਹੀ ਨੇ, ਕਿੰਨੀਆਂ ਦੇਵੀ ਦੇਵਤੇ, ਕਿੰਨੇ ਕਾਨ ਮਹੇਸ਼। ਸੋ ਹਾਲੇ ਤਾਂ ਇੱਕ ਦੇਵੀ ਦੀ ਆਰਾਧਨਾ ਦੇਵੀਆਂ ਦੀਆਂ ਕਰ ਰਹੇ ਨੇ। ਤਾਂ ਲੇਕਿਨ ਭਾਵਨਾ ਸੱਚੀ ਹੈ, ਪ੍ਰੇਮ ਸੱਚਾ ਹੈ, ਲਗਨ ਸੱਚੀ ਹੈ, ਲੱਗੇ ਹੋਏ ਨੇ। ਤਾਂ ਖਡੂਰ ਸਾਹਿਬ 2 ਸਿੱਖਾਂ ਦਾ ਭਾਈ ਲਹਿਣਾ ਜੀ ਦੇ ਜੀਵਨ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ। ਇੱਕ ਭਾਈ ਜੋਧ ਜੀ ਉੱਥੇ ਖਡੂਰ ਸਾਹਿਬ ਦੇ ਵਿੱਚ ਨੇ। ਭਾਈ ਜੋਧ ਜੀ ਨੇ, ਤਾਂ ਉਹ ਖੂਹਾਂ ਤੋਂ ਲੋਕ ਪਾਣੀ, ਤਲਾਵਾਂ ਤੋਂ ਪਾਣੀ ਲੈਣ ਜਾਂਦੇ ਸਨ। ਘਰਾਂ ਵਿੱਚ ਤਾਂ ਪਾਣੀ ਹੁੰਦਾ ਨਹੀਂ ਸੀ, ਇਸ਼ਨਾਨ ਵੀ ਖੂਹਾਂ ਤੇ ਤਲਾਵਾਂ ਤੇ ਕਰਨ ਜਾਣਾ। ਤਾਂ ਭਾਈ ਲਹਿਣਾ ਜੀ ਵੀ ਜਾਇਆ ਕਰਦੇ ਸਨ। ਇੱਕ ਦਿਨ ਦੇਖਿਆ ਅੰਮ੍ਰਿਤ ਵੇਲੇ ਵਿੱਚ ਭਾਈ ਜੋਧ ਉਹ ਬਾਣੀ ਪੜ੍ਹ ਰਹੇ ਨੇ ਔਰ ਇਤਨੇ ਆਪਣੇ ਆਨੰਦ ਮੰਗਲ ਨੇ, ਮਗਨ ਨੇ, ਆਪਣੇ ਅੰਦਰ ਇਸ਼ਨਾਨ ਵੀ ਕਰ ਰਹੇ ਨੇ, ਬਾਣੀ ਦੇ ਵਿੱਚ ਮਸਤ ਨੇ। ਤਾਂ ਭਾਈ ਲਹਿਣਾ ਜੀ ਦੇਖ ਰਹੇ ਨੇ, ਫਿਰ ਧਿਆਨ ਨਾਲ ਸੁਣਨਾ ਸ਼ੁਰੂ ਕਰ ਦਿੱਤਾ ਵੀ ਕੀ ਪੜ੍ਹ ਰਹੇ ਨੇ।
ਉਹ ਪੜ੍ਹ ਰਹੇ ਨੇ, ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ, ਵੀ ਜਿਸ ਨੂੰ ਸੇਵਣ ਦੇ ਨਾਲ ਸਦਾ ਹੀ ਸੁੱਖ ਮਿਲਦਾ ਆ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ, ਜਿਸ ਨੂੰ ਜਿਹਦੀ ਸੇਵਾ ਕਰਨ ਦੇ ਨਾਲ ਸੁਖੀ ਰਹਿੰਦੇ ਹੋ ਤੁਸੀਂ, ਉਸ ਸਾਹਿਬ ਨੂੰ ਸਦਾ ਹੀ ਯਾਦ ਰੱਖੋ। ਤਾਂ ਬੜਾ ਅੰਦਰ ਇੱਕ ਰੂਹ ਨੂੰ ਖਿੱਚਿਆ ਇਹ ਸ਼ਬਦ ਨੇ, ਵੀ ਕਿੰਨਾ ਅੱਛਾ ਮੈਸੇਜ ਅੰਮ੍ਰਿਤ ਵੇਲੇ ਵਿੱਚ ਦੇ ਰਹੇ ਨੇ। ਇਹ ਨਹੀਂ ਪਤਾ ਵੀ ਕਿਸ ਦੇ ਵਚਨ ਪੜ੍ਹ ਰਹੇ ਨੇ, ਲੇਕਿਨ ਇਹ ਭਾਈ ਜੋਤ ਜੀ ਜੋ ਪੜ੍ਹ ਰਹੇ ਨੇ, ਉੱਥੋਂ ਰੂਹ ਨੂੰ ਸੁਨੇਹਾ ਮਿਲ ਰਿਹਾ ਵੀ ਅਗਰ ਸੁਖੀ ਰਹਿਣਾ ਹੈ ਨਾ, ਤੇ ਜਿਹਦੇ ਕੋਲੋਂ ਸੁੱਖ ਮਿਲਦਾ ਉਹਨੂੰ ਯਾਦ ਕਰੋ। ਜਿਤ ਕੀਤਾ ਪਾਈਏ ਆਪਣਾ ਸੋ ਘਾਲ ਬੁਰੀ ਕਿਉਂ ਘਾਲੀਏ। ਅਗਲਾ ਹੋਰ ਗਿਆਨ ਮਿਲ ਗਿਆ ਵੀ ਅਗਰ ਆਪਣੇ ਕੀਤੇ ਕਰਮਾਂ ਦਾ ਫਲ ਮਿਲਣਾ ਹੈ, ਫਿਰ ਬੁਰਾ ਕਰਮ ਕਿਉਂ ਕਰੀਏ, ਹੈ ਨਾ। ਮੰਦਾ ਮੂਲ ਨਾ ਕੀਚੀ ਜੇ ਦੇ ਲੰਮੀ ਨਜ਼ਰ ਨਿਹਾਲੀਏ। ਹੋਰ ਸੁਨੇਹਾ ਮਿਲ ਗਿਆ ਵੀ ਅਗਰ ਦੂਰ ਦਾ ਸੋਚਦੇ ਹੋ ਨਾ, ਆਪਣੇ ਕੀਤਾ ਦਾ ਕਰਮ ਫਲ ਸਾਨੂੰ ਮਿਲਣਾ ਹੀ ਮਿਲਣਾ ਹੈ, ਤਾਂ ਫਿਰ ਮੰਦਾ ਬਿਲਕੁਲ ਵੀ ਮਾੜਾ ਕਰਮ ਤਾਂ ਬਿਲਕੁਲ ਨਹੀਂ ਕਰਨਾ। ਉਹ ਜਦੋਂ ਇਹ ਸ਼ਬਦ ਨੇ ਸਪਰਸ਼ ਕੀਤਾ ਰੂਹ ਨੂੰ, ਇਹ ਵਚਨ ਇੰਨੇ ਪਿਆਰੇ ਲੱਗੇ। ਜਦੋਂ ਭਾਈ ਜੋਤ ਜੀ ਇਸ਼ਨਾਨ ਕਰ ਹਟੇ, ਤਾਂ ਉਹਨਾਂ ਨੂੰ ਕੋਲ ਜਾ ਕੇ ਪੁੱਛਦੇ ਨੇ, ਤੁਸੀਂ ਕੀ ਪੜ੍ਹ ਰਹੇ ਸੀ? ਮੇਰੀ ਰੂਹ ਨੂੰ ਇੰਨਾ ਛੂਹ ਗਿਆ ਕਿ ਬਚਨਾਂ ਵਿੱਚ ਇੰਨੀ ਤਾਕਤ ਹੈ, ਤੁਸੀਂ ਕੀ ਪੜ੍ਹ ਰਹੇ ਸੀ? ਭਾਈ ਜੋਤ ਜੀ ਜਦੋਂ ਜਿਹੜਾ ਪ੍ਰੇਮ ਵਿੱਚ ਬਾਣੀ ਪੜ੍ਹੇ ਆਪਣੇ ਗੁਰੂ ਦੀ, ਉਹ ਗੁਰੂ ਨਾਲ ਹੀ ਜੁੜਿਆ ਹੁੰਦਾ ਹੈ। ਉਸ ਵਕਤ ਉਹ ਪ੍ਰੇਮ ਵਿੱਚ ਕਹਿ ਰਹੇ ਨੇ, ਮੈਂ ਤਾਂ ਆਪਣੇ ਪਿਆਰੇ ਦੇ ਗੀਤ ਗਾ ਰਿਹਾ ਸੀ। ਮੇਰੇ ਪਿਆਰੇ ਨੇ ਜੋ ਬਚਨ ਕਹੇ ਨੇ ਨਾ, ਮੇਰੇ ਪ੍ਰੀਤਮ ਨੇ, ਮੇਰੇ ਮੁਰਸ਼ਦ ਨੇ, ਮੈਂ ਆਪਣੇ ਮੁਰਸ਼ਦ ਦੇ ਪਿਆਰੇ ਪ੍ਰੀਤਮ ਦੇ ਉਹ ਬਚਨ ਗਾ ਰਿਹਾ ਸੀ। ਤੇ ਭਾਈ ਲਹਿਣਾ ਜੀ ਨੂੰ ਹੋਰ ਵੀ ਲੱਗਿਆ ਵੀ ਆਪਣੇ ਗੁਰੂ ਨੂੰ ਕਿੰਨਾ ਪ੍ਰੇਮ ਕਰਦਾ ਹੈ। ਤਾਂ ਪੁੱਛਿਆ ਵੀ ਕੌਣ ਹੈ ਤੁਹਾਡਾ ਮੁਰਸ਼ਦ, ਕੌਣ ਹੈ ਤੁਹਾਡਾ ਪਿਆਰਾ, ਕੌਣ ਹੈ ਤੁਹਾਡਾ ਪ੍ਰੀਤਮ? ਕਿਹਾ ਮੇਰਾ ਪਿਆਰਾ ਮੁਰਸ਼ਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਪੁੱਛਿਆ ਕਿੱਥੇ ਮਿਲੇਗਾ ਇਹ ਪਿਆਰਾ ਮੁਰਸ਼ਦ? ਕਿਹਾ ਕਰਤਾਰਪੁਰ ਸਾਹਿਬ ਨੇ। ਔਰ ਨਾਲ ਫਿਰ ਹੁਣ ਇੰਨਾ ਚੰਗੇ ਲੱਗੇ ਭਾਈ ਜੋਤ ਜੀ ਦੇ ਜੋ ਗੁਰੂ ਨਾਨਕ ਨੇ ਉਪਦੇਸ਼ ਦਿੱਤੇ ਨੇ ਉਹ ਬਚਨ, ਹੁਣ ਰੋਜ਼ ਹੀ, ਕਿਉਂਕਿ ਉਸੇ ਖੂਹ ਤੇ ਉਸੇ ਤਲਾਬ ਬੱਤੇ ਹੀ ਜਾਣਾ ਪਿੰਡ ਦੇ ਲੋਕ, ਹੁਣ ਰੋਜ਼ ਮਿਲਦੇ ਨੇ, ਰੋਜ਼ ਬਚਨ ਵਿਲਾਸ ਹੁੰਦੇ ਨੇ। ਹੁਣ ਭਾਈ ਜੋਤ ਜੀ ਸਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿਵੇਂ 4 ਉਦਾਸੀਆਂ ਕੀਤੀਆਂ, ਕਿਵੇਂ ਸੰਸਾਰ ਦਾ ਕਲਿਆਣ ਕੀਤਾ, ਕੀ ਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਔਰ ਭਾਈ ਜੋਤ ਜੀ ਦਾ ਜੀਵਨ ਦੇਖ ਕੇ ਭਾਈ ਲਹਿਣਾ ਜੀ ਦੇ ਉੱਤੇ ਬਹੁਤ ਅਸਰ ਪਿਆ। ਹੁਣ ਅੰਦਰ ਬੇਸ਼ੱਕ ਦੇਵੀ ਦੀ ਆਰਾਧਨਾ ਕਰਦੇ ਨੇ, ਲੇਕਿਨ ਅੰਦਰ ਹੁਣ ਤੜਪ ਹੋ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੀ। ਕਿਉਂਕਿ ਭਾਈ ਜੋਤ ਜੀ ਨੇ ਦੱਸਿਆ ਵੀ ਇਹ ਜਿਹੜਾ ਗੁਰੂ ਹੈ ਨਾ, ਇਹ ਸਾਡਾ ਜਨਮ ਮਰਨ ਕੱਟ ਸਕਦਾ ਹੈ। ਇਹ ਜਿਹੜਾ ਗੁਰੂ ਹੈ ਸਾਨੂੰ ਭਾਵ ਸਾਗਰ ਤੋਂ ਪਾਰ ਕਰ ਸਕਦਾ ਹੈ। ਇਹ ਗੁਰੂ ਦੇ ਬਚਨਾਂ ਵਿੱਚ ਇਤਨਾ ਬਦਲ ਹੈ, ਸਾਨੂੰ ਸ਼ਕਤੀ ਮਿਲਦੀ, ਸਾਨੂੰ ਤਾਕਤ ਮਿਲਦੀ, ਸਾਨੂੰ ਸ਼ਾਂਤੀ ਮਿਲਦੀ, ਅਸੀਂ ਸੁਖੀ ਰਹਿੰਦੇ। ਸੋ ਹੁਣ ਅੰਦਰ ਇੰਨੀ ਤੜਪ ਪੈਦਾ ਹੋ ਗਈ ਹੈ ਵੀ ਮੈਂ ਵੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਸੰਗਤ ਜੀ, ਦੂਸਰਾ ਸਿੱਖ ਭਾਈ ਸਿੰਘਾਂ ਜੀ, ਉਹਨਾਂ ਦਾ ਬੜਾ ਪ੍ਰਭਾਵ ਪਿਆ ਭਾਈ ਲਹਿਣਾ ਜੀ ਦੇ ਉੱਤੇ। ਭਾਈ ਲਹਿਣਾ ਜੀ ਕਰਿਆਨੇ ਦਾ ਆਪਣਾ ਸਟੋਰ ਹੈ, ਘਰ ਦਾ ਜਿਹੜਾ ਰਾਸ਼ਨ ਪਾਣੀ ਹੁੰਦਾ ਸਾਰਾ ਨਾ, ਗਰੋਸਰੀ ਸਟੋਰ ਹੈ ਇਹਨਾਂ ਦਾ। ਲੋਕ ਇਹਨਾਂ ਕੋਲੋਂ ਰਾਸ਼ਨ ਲੈਣ ਆਉਂਦੇ ਨੇ ਭਾਈ ਲਹਿਣਾ ਜੀ ਦੇ ਕੋਲੋਂ। ਬੜੇ ਨੇਕ ਨੇ, ਇਮਾਨਦਾਰ ਨੇ, ਸੋਹਣੀ ਆਪਣੀ ਕਿਰਤ ਕਮਾਈਆਂ ਕਰਦੇ ਨੇ। ਇੱਕ ਦਿਨ ਭਾਈ ਸਿੰਘਾਂ ਜੀ ਉਹ ਵੀ ਇਹਨਾਂ ਦੀ ਦੁਕਾਨ ਦੇ ਉੱਤੇ ਆਏ ਨੇ, 1 ਟਕਾ ਲਿਆ ਕੇ ਦਿੱਤਾ। ਕਹਿੰਦੇ ਲੈ ਭਾਈ ਲੈਣੇ ਆ 1 ਟਕੇ ਦਾ ਮੈਨੂੰ ਆਟਾ ਦੇ ਦੇ। ਭੋਲੇ ਭਾਲੇ ਸਨ ਭਾਈ ਸਿੰਘਾਂ ਜੀ। ਤੇ ਨਾਲ ਫਿਰ ਕਹਿੰਦੇ ਨੇ ਵੀ 3-4 ਦਿਨ ਤੋਂ ਨਾ ਮਜ਼ਦੂਰੀ ਨਹੀਂ ਮਿਲੀ ਮੈਨੂੰ ਕਿਤੇ, ਤੇ ਰੋਜ਼ ਦੀ ਮਿਹਨਤ ਮਜ਼ਦੂਰੀ ਕਰਕੇ ਜੋ ਇਨਕਮ ਆਉਂਦੀ ਆ ਉਹਦੀ ਅਸੀਂ ਰੋਟੀ ਪਾਣੀ ਛਕਣ ਵਾਲੇ ਹਾਂ, ਪ੍ਰਸ਼ਾਦਾ। ਪਰ 3-4 ਦਿਨਾਂ ਤੋਂ ਮੈਨੂੰ ਕੋਈ ਮਜ਼ਦੂਰੀ ਮਿਹਨਤ ਮਿਲੀ ਨਹੀਂ। ਮੈਂ ਤਾਂ ਮੇਰੀ ਪਤਨੀ 3-4 ਦਿਨ ਦੇ ਭੁੱਖੇ ਹਾਂ। ਅੱਜ ਪਰਮਾਤਮਾ ਨੇ ਕਿਰਪਾ ਕੀਤੀ, ਸੋ ਮੈਂ 1 ਟਕਾ ਕਮਾ ਕੇ ਲੈ ਕੇ ਆਇਆ ਹਾਂ, ਇਹਦਾ ਆਟਾ ਦੇ ਦੇ। ਨਾਲ ਦੱਸਦੇ ਨੇ ਮਾੜੀ ਜੀ ਲੂਣ ਦੀ ਚੁਟਕੀ ਵੀ ਵਿੱਚ ਪਾ ਦੇਈ ਭਾਈ ਲੈਣੇ ਆ, ਕਿਉਂਕਿ ਘਰ 'ਚ ਦਾਲ ਸਬਜ਼ੀ ਤਾਂ ਹੈ ਹੀ ਨਹੀਂ, ਸੋ ਨਮਕ ਵਾਲੇ ਪ੍ਰਸ਼ਾਦੇ ਅਸੀਂ ਛਕ ਲਵਾਂਗੇ। ਨਾਲ ਦੱਸ ਰਹੇ ਨੇ ਸਾਡਾ ਇੱਕ ਛੋਟਾ ਜਿਹਾ ਬੱਚਾ ਵੀ ਹੈ, ਤੇ ਮੇਰੀ ਪਤਨੀ ਉਹਨੂੰ ਦੁੱਧ ਪਿਲਾਉਂਦੀ ਹੈ। ਭਾਈ ਲਹਿਣਾ ਜੀ ਬੜੇ ਕੋਮਲ ਹਿਰਦੇ ਦੇ, ਤਾਂ ਅੰਦਰ ਬੜਾ ਲੱਗਿਆ ਵੀ 3-4 ਦਿਨ ਦੇ ਭੁੱਖੇ ਨੇ। ਤਾਂ ਚਲੋ ਫਿਰ ਫਟਾਫਟ ਆਟਾ ਜਿਹੜਾ ਤੋਲਣਾ ਸ਼ੁਰੂ ਕਰ ਦਿੱਤਾ। 1 ਟਕੇ ਦਾ ਜਦੋਂ ਆਟਾ ਤੋਲਿਆ ਤਾਂ ਉਹ ਦੇਖਿਆ ਵੀ ਉਹ ਤਾਂ 3 ਪ੍ਰਸ਼ਾਦਿਆਂ ਜਿੰਨਾ ਹੀ ਸੀ। ਭਾਈ ਲਹਿਣਾ ਜੀ ਨੂੰ ਲੱਗਿਆ ਵੀ 3-4 ਦਿਨ ਦੇ ਭੁੱਖੇ ਨੇ, ਇਹ 3 ਪ੍ਰਸ਼ਾਦਿਆਂ ਦਾ ਆਟਾ, ਇਹ ਨਾ ਤਾਂ ਪਤੀ ਦਾ ਢਿੱਡ ਭਰਨਾ ਚੰਗੀ ਤਰ੍ਹਾਂ, ਨਾ ਪਤਨੀ ਦਾ, ਉਹ ਵੀ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਉਹ ਕੀ ਕਰਦੇ ਨੇ, ਨਾਲ 1 ਬੁੱਕ ਭਰ ਕੇ ਆਟੇ ਦਾ ਹੋਰ ਪਾ ਦਿੰਦੇ ਨੇ ਉਹਨਾਂ ਦੇ ਥੈਲੇ ਦੇ ਵਿੱਚ। ਜਦੋਂ ਭਾਈ ਸਿੰਘਾਂ ਜੀ ਨੇ ਦੇਖਿਆ, ਉਹਨਾਂ ਨੇ ਕਿਹਾ ਲੈਣਿਆ ਇਹ ਤੂੰ ਕੀ ਕੀਤਾ ਭਾਈ?
ਤੂੰ ਆ ਬੁੱਕ ਭਰ ਕੇ ਕਿਉਂ ਮੇਰੇ ਥੈਲੇ ਵਿੱਚ ਪਾ ਦਿੱਤਾ? ਅੱਗੇ ਭਾਈ ਲਹਿਣਾ ਜੀ ਕਹਿੰਦੇ ਨੇ ਵੀ ਇਹ ਤਾਂ ਮੈਂ ਆਪਣੀ ਖੁਸ਼ੀ ਨਾਲ ਪਾਇਆ ਬੁੱਕ ਭਰ ਕੇ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਅੱਗਿਓਂ ਭਾਈ ਸਿੰਘਾਂ ਜੀ ਕਹਿੰਦੇ ਨੇ ਤੈਨੂੰ ਨਹੀਂ ਫਰਕ ਪੈਣ ਲੱਗਿਆ ਲੈਣਿਆ, ਭਾਈ ਮੈਨੂੰ ਬਹੁਤ ਫਰਕ ਪੈਣਾ ਹੈ, ਕੱਢ ਆਪਣਾ ਆਟਾ ਬਾਹਰ। ਸੋ ਭਾਈ ਲਹਿਣਾ ਜੀ ਕਹਿੰਦੇ ਨੇ ਤੈਨੂੰ ਕੀ ਫਰਕ ਪੈਣ ਲੱਗਾ, ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ। ਅੱਗਿਓਂ ਭਾਈ ਲਹਿਣਾ ਜੀ ਕਹਿੰਦੇ ਨੇ ਮੇਰੇ ਗੁਰੂ ਨੇ ਤਾਂ ਮੇਰੀ ਬਾਂਹ ਹੀ ਨਹੀਂ ਪਕੜਨੀ, ਮੈਂ ਪਰਾਇਆ ਹੱਕ ਨਹੀਂ ਖਾ ਸਕਦਾ, ਮੈਂ ਤਾਂ ਆਪਣੀ ਮਿਹਨਤ ਦਾ ਹੀ ਜੋ ਕਮਾ ਕੇ ਲੈ ਕੇ ਆਇਆ, ਬਸ ਇੰਨਾ ਹੀ ਆਟਾ ਮੈਨੂੰ ਦੇ। ਕਹਿੰਦੇ ਮੇਰੇ ਗੁਰੂ ਦੇ ਤਾਂ ਬਚਨ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਮੇਰਾ ਗੁਰੂ ਕਹਿੰਦਾ ਇਹ ਤਾਂ ਮੁਰਦਾ ਖਾਣ ਦੇ ਬਰਾਬਰ ਹੈ। ਸੋ ਮੇਰੇ ਗੁਰੂ ਨੇ ਮੇਰੀ ਬਾਂਹ ਨਹੀਂ ਪਕੜਨੀ, ਮੈਂ ਨਹੀਂ, ਤੂੰ ਆਪਣਾ ਆਟਾ ਕੱਢ, ਮੈਨੂੰ 3 ਪ੍ਰਸ਼ਾਦਿਆਂ ਦਾ ਹੀ ਬਸ ਜਿਹੜਾ ਮੇਰਾ ਆਟਾ ਬਣਿਆ ਉਹੀ ਦੇ। ਅੱਗਿਓਂ ਭਾਈ ਲਹਿਣਾ ਜੀ ਕਹਿੰਦੇ ਨੇ ਤੇਰਾ ਕਿਹੜਾ ਗੁਰੂ ਦੇਖਦਾ ਹੈ? ਅੱਗਿਓਂ ਭਾਈ ਸਿੰਘਾਂ ਜੀ ਕਹਿੰਦੇ ਨੇ ਮੇਰਾ ਗੁਰੂ ਤਾਂ ਹਾਜ਼ਰ ਨਾਜ਼ਰ ਹੈ, ਉਹ ਸਦਾ ਹੀ ਦੇਖਦਾ ਹੈ, ਮੇਰਾ ਗੁਰੂ ਮੈਨੂੰ ਦੇਖਦਾ ਹੈ। ਅੱਗਿਓਂ ਫਿਰ ਭਾਈ ਲਹਿਣਾ ਜੀ ਦੇ ਉੱਤੇ ਇਤਨਾ ਪ੍ਰਭਾਵ ਪਿਆ, ਇਹ ਸਿੱਖ ਇਤਨਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ, ਇੰਨਾ ਗੁਰੂ ਦਾ ਬਚਨ ਕਮਾਉਂਦਾ ਹੈ। ਇਹ 3-4 ਦਿਨ ਦੇ ਪਤੀ ਪਤਨੀ ਭੁੱਖੇ ਨੇ, ਮੈਂ ਆਪਣੀ ਖੁਸ਼ੀ ਨਾਲ ਆਟਾ ਦੇ ਕੇ ਦੇ ਰਿਹਾ ਪਰ ਨਹੀਂ ਲੈ ਕੇ ਜਾ ਰਿਹਾ, ਕਹਿੰਦਾ ਕੱਢ ਆਪਣਾ ਆਟਾ ਬਾਹਰ। ਸੋ ਭਾਈ ਲਹਿਣਾ ਜੀ ਨੇ ਪੁੱਛਿਆ ਵੀ ਕੌਣ ਤੇਰਾ ਗੁਰੂ? ਕਿਹਾ ਗੁਰੂ ਨਾਨਕ ਮੇਰਾ ਗੁਰੂ। ਹੋਰ ਮਨ ਤੇ ਪ੍ਰਭਾਵ ਪੈ ਗਿਆ, ਭਾਈ ਜੋਧ ਜੀ ਦਾ ਜੀਵਨ ਦੇਖਿਆ, ਹੁਣ ਭਾਈ ਸਿੰਘਾਂ ਜੀ ਦਾ ਜੀਵਨ ਦੇਖਿਆ। ਤੋ ਭਾਈ ਜਿਹੜੇ ਸਿੰਘਾਂ ਜੀ ਨੇ ਫਿਰ ਆਪਣਾ 3 ਪ੍ਰਸ਼ਾਦਿਆਂ ਦਾ ਆਟਾ ਨਾਲ ਨਮਕ ਲੈ ਕੇ ਆਪਣੇ ਘਰ ਵੱਲ ਨੂੰ ਤੁਰ ਪਏ। ਤਾਂ ਇਹ ਜਿਹੜਾ ਭਾਈ ਲਹਿਣਾ ਜੀ ਨੇ, ਇਹਨਾਂ ਕੋਲ ਹੁਣ ਰਹਿ ਹੀ ਨਹੀਂ ਹੁੰਦਾ, ਇਹ ਕਹਿੰਦੇ ਮੈਂ ਪਿੱਛਾ ਕਰਾਂ ਦੇਖਾਂ ਇਹ ਸਿੱਖ ਦਾ ਜੀਵਨ ਕੀ ਹੈ। ਤੋ ਆਪਣੇ ਇਹ ਵੀ ਪਿੱਛੇ ਪਿੱਛੇ ਤੁਰ ਪਏ ਕਿ ਜਦੋਂ ਦੇਖਦੇ ਨੇ ਵੀ ਭਾਈ ਜਿਹੜਾ ਸਿੰਘਾਂ ਜੀ ਪਹੁੰਚਦੇ ਨੇ, ਛੋਟਾ ਜਿਹਾ ਇੱਕ ਕਮਰੇ ਵਾਲਾ ਨਿੱਕਾ ਜਿਹਾ ਘਰ ਹੈ, ਨਾਲ ਥੋੜੀ ਜਿਹੀ ਕਿਚਨ ਹੈ, ਤੋਂ ਕਮਰੇ ਨੂੰ ਇੱਕ ਖਿੜਕੀ ਲੱਗੀ ਹੈ, ਇੱਕ ਦਰਵਾਜ਼ਾ ਹੈ। ਤਾਂ ਭਾਈ ਲਹਿਣਾ ਜੀ ਜਾ ਕੇ ਪਹੁੰਚੇ, ਆਪਣੀ ਪਤਨੀ ਨੂੰ ਕਹਿੰਦੇ ਨੇ ਲੈ ਭਾਈ ਭਾਗਵਾਨੇ ਆਪ ਆਟਾ ਗੁੰਨ, ਲੂਣ ਦੀ ਚੁਟਕੀ ਵਿੱਚ ਹੈ, ਵਿੱਚ ਲੂਣ ਪਾ ਕੇ ਗੁੰਨ ਲਾ, ਪ੍ਰਸ਼ਾਦਾ ਤਿਆਰ ਕਰ ਅਸੀਂ ਛਕੀਏ। ਬੜੀ ਅੱਜ ਕਿਰਪਾ ਹੋਈ, ਰਿਜ਼ਕ ਮਿਲਿਆ ਸਾਨੂੰ। ਉਹ ਪਤਨੀ ਨੇ ਵੀ ਆਟੇ ਨੂੰ ਮੱਥਾ ਟੇਕਿਆ, ਭਾਈ ਰਿਜ਼ਕ ਆਇਆ ਸਾਡੇ ਘਰ ਵਿੱਚ। ਇਹ ਭਾਈ ਲਹਿਣਾ ਜੀ ਜਿਹੜੇ ਨੇ ਇਹ ਬਾਹਰ ਖਿੜਕੀ ਵਿੱਚ ਖੜੇ ਦੇਖ ਰਹੇ ਨੇ, ਕਹਿੰਦੇ ਕਿੰਨੇ ਸਬਰ ਸੰਤੋਖ ਵਾਲੇ ਪਤੀ ਪਤਨੀ, ਹੋਰ ਦੇਖਾਂ ਮੈਂ ਇਹਨਾਂ ਦਾ ਜੀਵਨ ਕਿਹੋ ਜਿਹਾ। ਖਿੜਕੀ ਦੇ ਓਹਲੇ ਖੜੇ ਨੇ। ਸੋ ਪਤਨੀ ਇਹ ਫਿਰ ਭਾਈ ਜਿਹੜੇ ਸਿੰਘਾਂ ਜੀ ਨੇ, ਇਹ ਹੱਥ ਮੂੰਹ ਧੋ ਕੇ ਤਾਂ ਮੰਜੀ ਦੇ ਉੱਤੇ ਬੈਠ ਕੇ ਹੋਰ ਗੁਰੂ ਕੀ ਬਾਣੀ ਪੜਨ ਲੱਗੇ, ਜਿੰਨੀਆਂ ਕੁ ਕੰਠ ਸਨ, ਸਿੱਖਾਂ ਨੂੰ ਕੇ ਕੰਠ ਹੀ ਹੁੰਦੀ ਸੀ ਬਾਣੀ, ਤੇ ਜਿਹੜੇ ਸ਼ਬਦ ਕੰਠ ਹੋਣੇ ਉਹ ਪੜੀ ਜਾਣੇ। ਤੇ ਭਾਈ ਲਹਿਣਾ ਜੀ ਦੇ ਉੱਤੇ ਬੜਾ ਪ੍ਰਭਾਵ ਪੈ ਰਿਹਾ। ਸੋ ਪਤਨੀ ਫਿਰ ਪ੍ਰਸ਼ਾਦੇ ਤਿਆਰ ਕਰਕੇ ਲੈ ਆਈ, ਇੱਕ ਥਾਲੀ ਦੇ ਵਿੱਚ 3 ਪ੍ਰਸ਼ਾਦੇ ਸੰਗਤ ਜੀ ਤਿਆਰ ਹੋਏ। ਇੱਕ ਥਾਲੀ ਵਿੱਚ ਦੋਨੋਂ ਛਕਣ ਲੱਗੇ, ਪਤੀ ਪਤਨੀ ਮੰਜੀ ਦੇ ਉੱਤੇ ਬੈਠ ਗਏ, ਪਹਿਲਾਂ ਸ਼ੁਕਰ ਕਰਦੇ ਨੇ, ਸ਼ੁਕਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਿਜ਼ਕ ਬਖਸ਼ਿਆ, ਅਨਾਜ ਦਿੱਤਾ ਸਾਨੂੰ ਮਹਾਰਾਜ ਜੀ, ਅਸੀਂ ਛਕਣ ਲੱਗੇ। ਛਕਣ ਲੱਗੇ ਤਾਂ ਉਹ 3 ਪ੍ਰਸ਼ਾਦੇ ਨੇ ਹੁਣ ਦੋਨਾਂ ਕੋਲ। ਪਤੀ ਨੇ 2 ਆਪਣੇ ਵੱਲ ਨੂੰ ਇੱਕ ਆਪਣੇ ਵੱਲ ਨੂੰ ਕੀਤਾ, 2 ਪਤਨੀ ਵੱਲ ਨੂੰ ਕਰ ਦਿੱਤੇ। ਇਹ ਬੱਚੇ ਨੂੰ ਦੁੱਧ ਪਿਲਾਉਂਦੀ ਹੈ, 2 ਛਕ ਲਵੇ, ਮੈਂ ਇੱਕੋ ਹੀ ਛਕ ਲਾਂ। ਪਤਨੀ ਕੀ ਕਰਦੀ ਹੈ, ਉਹ 2 ਪਤੀ ਵੱਲ ਨੂੰ ਕਰੀ ਜਾ ਰਹੀ, ਇੱਕ ਆਪਣੇ ਵੱਲ ਨੂੰ, ਤੇ ਮੇਰਾ ਪਤੀ 2 ਛਕੇ ਨੇ, ਮਿਹਨਤ ਮਜ਼ਦੂਰੀ ਕਰਨੀ ਹੈ, ਮੈਂ 1 ਛਕਾਂ। ਸੋ ਦੋਨਾਂ ਦੀ ਲੜਾਈ ਹੋ ਰਹੀ, ਮਿੱਠੀ ਮਿੱਠੀ ਪਿਆਰੀ ਪਿਆਰੀ, ਇਦਾਂ ਦੀ ਲੜਾਈ ਲੜ ਲਿਆ ਕਰੋ, ਕੋਈ ਗੱਲ ਨਹੀਂ, ਇਹ ਚੰਗੀ ਹੁੰਦੀ ਹੈ। ਸੋ ਮਿੱਠੀ ਮਿੱਠੀ ਲੜਾਈ ਦੋਨੋਂ ਜਾਣੇ ਲੜ ਰਹੇ ਨੇ। ਭਾਈ ਲਹਿਣਾ ਜੀ ਬਾਹਰ ਖੜੇ ਹੋ ਕੇ ਦੇਖ ਰਹੇ ਨੇ ਵੀ ਕਿੰਨਾ ਪਿਆਰ ਹੈ ਆਪਸ ਦੇ ਵਿੱਚ। ਉਹ ਕਹਿੰਦਾ ਉਹ ਵੱਧ ਛਕ ਲਵੇ, ਉਹ ਕਹਿੰਦੀ ਉਹ ਵੱਧ ਛਕ ਲਵੇ, ਮਿੱਠੀ ਮਿੱਠੀ ਲੜਾਈ ਦੇਖ ਕੇ ਖੁਸ਼ ਵੀ ਹੋ ਰਹੇ ਨੇ। ਸੋ ਹਾਲੇ ਇਵੇਂ ਹੀ ਕਰ ਰਹੇ ਨੇ, ਤਾਂ ਉਹ ਫਿਰ ਕਹਿੰਦੇ ਨੇ ਚਲੋ ਐਂ ਕਰ ਲੈਂਦੇ ਹੁਣ ਵੀ ਜਿਹੜਾ ਇੱਕ ਇੱਕ ਪ੍ਰਸ਼ਾਦਾ ਰੱਖ ਕੇ ਜਿਹੜਾ ਤੀਸਰਾ ਪ੍ਰਸ਼ਾਦਾ ਹੈ ਉਹਨੂੰ ਅੱਧਾ ਅੱਧਾ ਕਰ ਲੈਂਦੇ ਦੋਨੋਂ ਜਾਣੇ, 1.5 ਸ਼ਕਲਾਂ। ਤੋ ਭਾਈ ਲਹਿਣਾ ਜੀ ਹੱਥ ਵਿੱਚ ਪਕੜ ਕੇ ਸੌਰੀ ਭਾਈ ਸਿੰਘਾਂ ਜੀ ਹੱਥ ਵਿੱਚ ਪਕੜ ਕੇ ਉਹਨੂੰ ਅੱਧਾ ਅੱਧਾ ਕਰਨ ਲੱਗਣ ਵਾਲੇ ਨੇ, ਉਹਨੇ ਨੂੰ ਦਰਵਾਜ਼ਾ ਕਿਸੇ ਨੇ ਖੜਕਾ ਦਿੱਤਾ। ਕਹਿੰਦਾ ਭਾਈ ਬੜੀ ਭੁੱਖ ਲੱਗੀ ਹੈ, ਸਾਰੇ ਪਿੰਡ ਵਿੱਚ ਫਿਰ ਕੇ ਆਇਆ, ਕਿਤੋਂ ਮੈਨੂੰ ਪ੍ਰਸ਼ਾਦਾ ਮਿਲਿਆ ਨਹੀਂ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੇ ਸਿੱਖ ਦੇ ਘਰ ਜਾਓ, ਉੱਥੋਂ ਕਦੀ ਕੋਈ ਭੁੱਖਾ ਨਹੀਂ ਵਾਪਸ ਆਉਂਦਾ। ਬੜੀ ਉਮੀਦ ਦੇ ਨਾਲ ਆਇਆ, ਬੜੀ ਭੁੱਖ ਲੱਗੀ, ਪ੍ਰਸ਼ਾਦਾ ਛਕਾਓ। ਹੁਣ ਭਾਈ ਲਹਿਣਾ ਜੀ ਬਾਹਰ ਦੇਖ ਰਹੇ ਨੇ ਇਹ ਕੀ ਕਰਦੇ ਨੇ, ਇਹ ਤਾਂ ਖੁਦ ਭੁੱਖੇ ਨੇ 3-4 ਦਿਨਾਂ ਦੇ। ਲੇਕਿਨ ਭਾਈ ਸਿੰਘਾਂ ਜੀ ਆਪਣੀ ਪਤਨੀ ਨੂੰ ਕਹਿੰਦੇ ਨੇ ਲੈ ਦੇਖ ਲਾ ਭਗਵਾਨੇ, ਇੱਕ ਪ੍ਰਸ਼ਾਦੇ ਦਾ ਝਗੜਾ ਹੀ ਮੁਕਾ ਦਿੱਤਾ ਗੁਰੂ ਨਾਨਕ ਨੇ। ਇੱਕ ਪ੍ਰਸ਼ਾਦੇ ਪਿੱਛੇ ਅਸੀਂ ਲੜਦੇ ਸੀ ਨਾ ਵੀ ਤੂੰ ਛਕ ਲਾ ਤੂੰ ਛਕ ਲਾ, ਚੱਲ ਉਹਨੂੰ ਦੇ ਆ,
ਸਾਡਾ ਝਗੜਾ ਮੁੱਕ ਜਾਊਗਾ, ਇੱਕ ਇੱਕ ਅਸੀਂ ਛਕ ਲਵਾਂਗੇ। ਸੋ ਪਤਨੀ ਜਾ ਕੇ ਉਹ ਬਾਹਰ ਦਰਵਾਜ਼ੇ ਤੇ ਜਿਹੜਾ ਮੰਗ ਰਿਹਾ ਸੀ ਪ੍ਰਸ਼ਾਦਾ, ਉਸ ਨੂੰ ਦੇ ਆਈ ਵੀ ਤੁਸੀਂ ਛਕ ਲਓ। ਆ ਕੇ ਮੰਜੀ ਤੇ ਫਿਰ ਬੈਠ ਗਈ। ਹੁਣ ਦੋਨੋਂ ਜਾਣੇ ਆਪਣਾ ਆਪਣਾ ਪ੍ਰਸ਼ਾਦਾ ਛਕਣ ਹੀ ਵਾਲੇ ਨੇ, ਬਾਹਰੋਂ ਫਿਰ ਉਹਨੇ ਆਵਾਜ਼ ਮਾਰ ਦਿੱਤੀ, ਭਾਈ ਹਾਲੇ ਢਿੱਡ ਭਰਿਆ ਨਹੀਂ, ਹੋਰ ਪ੍ਰਸ਼ਾਦਾ ਦੇ ਦਿਓ। ਭਾਈ ਲਹਿਣਾ ਜੀ ਦੇਖ ਰਹੇ ਨੇ ਹੁਣ ਕੀ ਕਰਦੇ ਨੇ। ਸੋ ਭਾਈ ਸਿੰਘਾਂ ਜੀ ਕਹਿੰਦੇ ਨੇ, ਲੈ ਭਗਵਾਨ ਨੇ ਆ ਵੀ ਦਿਆ ਪ੍ਰਸ਼ਾਦਾ, ਅਸੀਂ ਇੱਕ ਨੂੰ ਹੀ ਵੰਡ ਕੇ ਛਕ ਲਾਂਗੇ। ਉਹ ਦੂਸਰਾ ਪ੍ਰਸ਼ਾਦਾ ਵੀ ਦੇ ਕੇ ਆ ਜਾਂਦੀ ਹੈ। ਫਿਰ ਆ ਕੇ ਮੰਜੀ ਤੇ ਬੈਠਦੀ ਛਕਣ ਲੱਗਦੇ ਨੇ, ਹੁਣ ਦੋਨੋਂ ਹੀ ਨੂੰ ਹਾਫ ਹਾਫ ਕਰਕੇ ਛਕ ਲੈਂਦੇ ਆ। ਉਹਨੇ ਫੇਰ ਕਹਿ ਦਿੱਤਾ, ਭਾਈ ਹਾਲੇ ਢਿੱਡ ਭਰਿਆ ਨਹੀਂ, ਹੋਰ ਪ੍ਰਸ਼ਾਦਾ ਦੇ ਦਿਓ। ਹੁਣ ਭਾਈ ਲਹਿਣਾ ਜੀ ਦੇਖ ਰਹੇ ਨੇ, ਇਹਨਾਂ ਕੋਲ ਤਾਂ ਇੰਨਾ ਹੀ ਪ੍ਰਸ਼ਾਦਾ ਬਚਿਆ ਹੈ। ਪਰ ਭਾਈ ਸਿੰਘਾਂ ਜੀ ਕਹਿੰਦੇ ਨੇ, ਭਗਵਾਨ ਨੇ ਦਿਆ, ਗੁਰੂ ਨਾਨਕ ਦੇ ਸਿੱਖ ਦੇ ਦਰਬਾਰੇ ਤੇ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਆਪ ਭੁੱਖੇ ਨੇ ਪਤੀ ਪਤਨੀ, ਉਹ ਪਤਨੀ ਉਹ ਵੀ ਦੇ ਆਈ। ਜਦੋਂ ਉਸਨੇ ਦਿੱਤਾ ਤਾਂ ਉਹ ਜਿਹੜਾ ਬਾਹਰ ਕਹਿੰਦਾ ਸੀ ਮੈਨੂੰ ਭੁੱਖ ਲੱਗੀ ਹੈ, ਉਸਨੇ ਇਤਨਾ ਬਲੈਸ ਕੀਤਾ, ਇਤਨੀਆਂ ਦੁਆਵਾਂ ਦਿੱਤੀਆਂ, ਭਾਈ ਤੁਸੀਂ ਮੈਨੂੰ ਤ੍ਰਿਪਤ ਕੀਤਾ, ਤੁਹਾਡੇ ਇੱਤੇ ਤੁਹਾਡੇ ਗੁਰੂ ਦੀ ਖੂਬ ਕਿਰਪਾ ਵਰਸੇ, ਤੁਹਾਨੂੰ ਖੂਬ ਭਾਗ ਲੱਗਣ। ਖੂਬ ਸਾਰਿਆਂ ਨੇ ਅਸੀਸਾਂ ਦਿੱਤੀਆਂ, ਤੀਸਰਾ ਪ੍ਰਸ਼ਾਦਾ ਛਕਿਆ, ਉਹ ਚਲਾ ਗਿਆ। ਇਧਰ ਹੀ ਪਤੀ ਪਤਨੀ ਇਹ ਦੋਨੋਂ ਜਾਣੇ ਗੁਰੂ ਨਾਨਕ ਦਾ ਸ਼ੁਕਰ ਕਰ ਰਹੇ ਨੇ। ਸ਼ੁਕਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤੁਸੀਂ ਸਾਡੀ ਲਾਜ ਰੱਖ ਲਈ। ਤੁਹਾਡੇ ਨਾਮ ਉਹਨੇ ਲੈ ਕੇ ਆਇਆ ਸੀ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਘਰੋਂ ਕੋਈ ਖਾਲੀ ਵਾਪਸ ਨਹੀਂ ਜਾਂਦਾ। ਮਹਾਰਾਜ ਜੀ, ਉਹਨੂੰ 3 ਪ੍ਰਸ਼ਾਦਿਆਂ ਦੀ ਭੁੱਖ ਸੀ, ਤੁਸੀਂ ਸਾਡੇ ਘਰ ਵਿੱਚ 3 ਪ੍ਰਸ਼ਾਦੇ ਭੇਜੇ ਸਨ, ਸ਼ੁਕਰ ਹੈ। ਆਪਣਾ ਗੱਲ ਹੀ ਨਹੀਂ ਕਰ ਰਹੇ ਆਪਣੇ ਗੁਰੂ ਨਾਲ, ਅਸੀਂ ਵੀ ਮਹਾਰਾਜ ਜੀ ਭੁੱਖੇ ਹਾਂ। ਜਦੋਂ ਇਤਨਾ ਉੱਚਾ ਤ੍ਰਿਪਤ ਸੰਤੋਖੀ ਜੀਵਨ ਦੇਖਿਆ ਪਤੀ ਪਤਨੀ ਦਾ, ਭਾਈ ਲਹਿਣਾ ਜੀ ਕੋਲ ਹੁਣ ਰਿਹਾ ਨਾ ਗਿਆ, ਉਹ ਤਾਂ ਭੱਜ ਕੇ ਅੰਦਰ ਆ ਗਏ। ਭਾਈ ਸਿੰਘਾਂ ਜੀ ਦੇ ਚਰਨਾਂ ਵਿੱਚ ਚਰਨ ਪਕੜ ਲੈ, ਕਿਆ ਸਿੱਖਾਂ ਤੇਰਾ ਇਤਨਾ ਉੱਚਾ ਜੀਵਨ, ਇਤਨਾ ਉੱਚਾ ਜੀਵਨ। ਤਾਂ ਭਾਈ ਸਿੰਘਾਂ ਜੀ ਕਹਿੰਦੇ ਨੇ, ਮੇਰੇ ਚਰਨ ਨਾ ਪਕੜ, ਮੇਰੇ ਗੁਰੂ ਦੇ ਚਰਨ ਪਕੜ, ਜਿਸ ਗੁਰੂ ਦੀ ਕਿਰਪਾ ਦੇ ਨਾਲ ਹੀ ਮੈਨੂੰ ਸਬਰ ਸੰਤੋਖ ਮਿਲਿਆ। ਕਿਹਾ ਕਿੱਥੇ ਮਿਲੇਗਾ ਤੇਰਾ ਗੁਰੂ? ਕਿਹਾ ਮੇਰਾ ਗੁਰੂ ਨਾਨਕ ਮਿਲੇਗਾ ਕਰਤਾਰਪੁਰ ਸਾਹਿਬ। ਸੋ ਹੁਣ ਹੋਰ 2 ਸਿੱਖਾਂ ਦਾ ਜੀਵਨ ਇਤਨਾ ਪ੍ਰਭਾਵ, ਹੁਣ ਭਾਈ ਲਹਿਣਾ ਜੀ ਕੋਲੋਂ ਰਿਹਾ ਨਹੀਂ ਜਾਂਦਾ ਵੀ ਮੈਂ ਛੇਤੀ ਜਾ ਕੇ ਗੁਰੂ ਨਾਨਕ ਦੇ ਦਰਸ਼ਨ ਕਰਾਂ। ਹੁਣ ਫੇਰ ਇੱਕ ਵਾਰ ਦੇਵੀ ਦੇ ਗਏ ਨੇ ਸੰਗਤਾਂ ਨੂੰ ਲੈ ਕੇ, ਤੋ ਕਿਸ ਤਰ੍ਹਾਂ ਜਾਂਦੇ ਸਨ, ਲਾਲ ਚੋਲਾ ਪਹਿਨ ਕੇ, ਪੈਰਾਂ ਵਿੱਚ ਘੁੰਗਰੂ ਪਹਿਨ ਕੇ, ਉੱਥੇ ਨ੍ਰਿਤ ਵੀ ਕਰਿਆ ਕਰਦੇ ਸਨ, ਜੋ ਉਹਨਾਂ ਦੀ ਮਰਿਆਦਾ ਸੀ ਇਸ ਤਰ੍ਹਾਂ ਹੀ ਕਰਦੇ ਸਨ। ਲੇਕਿਨ ਹੁਣ ਦੇਵੀ ਦੇ ਵੀ ਜਾ ਕੇ ਆਏ ਨੇ, ਪਰ ਅੰਦਰ ਤੜਫ ਹੈ ਗੁਰੂ ਨਾਨਕ ਨੂੰ ਮਿਲਣਾ। ਰਸਤੇ ਵਿੱਚ ਕਰਤਾਰਪੁਰ ਆਇਆ, ਉੱਥੇ ਬਾਕੀਆਂ ਨੂੰ ਕਿਹਾ ਵੀ ਮੈਂ ਚੱਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ, ਤੁਸੀਂ ਵੀ ਜਾਣਾ ਤਾਂ ਚੱਲੋ। ਉਹ ਕਹਿੰਦੇ ਭਾਈ ਅਸੀਂ ਨਹੀਂ ਜਾਣਾ। ਸੋ ਆਪ ਘੋੜੀ ਦੇ ਉੱਤੇ ਸਵਾਰ ਹੋ ਕੇ ਚੱਲ ਪਏ ਨੇ। ਉਧਰ ਇਹ ਜਨਮ ਸਾਖੀ ਵਿੱਚ ਜ਼ਿਕਰ ਹੈ, ਉਧਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਕਰਤਾਰਪੁਰ ਸਾਹਿਬ ਧਰਮਸ਼ਾਲਾ ਵਿੱਚ ਮੰਜੀ ਦੇ ਉੱਤੇ ਬੈਠੇ ਨੇ, ਉੱਠ ਕੇ ਚੱਲ ਪਏ ਨੇ। ਬਾਬਾ ਬੁੱਢਾ ਜੀ ਨੇ 2 ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੱਧਰ ਚਾਲੇ ਪਾ ਰਹੇ ਹੋ? ਕਿਉਂਕਿ ਸਿੱਖਾਂ ਨੇ ਫਿਰ ਨਾਲ ਜਾਣਾ ਹੁੰਦਾ ਸਤਿਗੁਰਾਂ ਦੇ। ਮਹਾਰਾਜ ਜੀ ਕਿੱਧਰ ਚਾਲੇ ਪਾਣ ਲੱਗੇ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਇੱਥੇ ਹੀ ਰਹੋ, ਮਤਲਬ ਮੇਰੇ ਸਾਡੇ ਨਾਲ ਨਹੀਂ ਕਿਸੇ ਨੇ ਜਾਣਾ, ਤੁਸੀਂ ਇੱਥੇ ਹੀ ਰਹੋ। ਔਰ ਨਾਲ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਕੋਈ ਭਾਰੀ ਵਸਤ ਲੈਣ ਦੇ ਲਈ ਆ ਰਿਹਾ ਹੈ, ਭਾਰੀ ਵਸਤ ਦਾ ਗਾਹਕ ਆ ਰਿਹਾ ਹੈ, ਅਸੀਂ ਉਸ ਨੂੰ ਲੈਣ ਜੀ ਆਇਆਂ ਕਰਨ ਚੱਲੇ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲ ਪਏ। ਸੋ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਪਰ ਭਾਈ ਲਹਿਣਾ ਜੀ ਵਰਗਾ ਚੱਲਣਾ ਹੋਵੇ, ਇਹ ਹੈ ਚੱਲਣਾ, ਸੱਚੀ ਲਗਨ, ਸੱਚੀ ਤੜਪ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਵੇਖਣ ਕਾ ਚਾਹੋ ਵਾਲੀ ਤੜਪ ਹੈ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹੁੰਚ ਜਾਂਦੇ ਨੇ ਭਾਈ ਲਹਿਣਾ ਜੀ ਦੇ ਪਾਸ। ਉਹ ਦੇਖਦੇ ਨੇ ਕੋਈ ਬਜ਼ੁਰਗ ਆਏ ਨੇ, ਤਾਂ ਉਹ ਕਹਿੰਦੇ ਨੇ, ਕਿਉਂ ਭਾਈ ਲਹਿਣਾ ਜੀ, ਬਾਬਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਘਰ ਮੈਨੂੰ ਦੱਸੋਗੇ ਕਿੱਥੇ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਕਿਉਂ ਮਿਲਣਾ ਭਾਈ ਗੁਰੂ ਨਾਨਕ ਨੂੰ? ਤਾਂ ਅੱਗੇ ਉਹ ਕਹਿੰਦੇ ਨੇ, ਮੈਂ ਗੁਰੂ ਨਾਨਕ ਦੇ ਸਿੱਖਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਕੋਲੋਂ ਬੜੇ ਵਚਨ ਸੁਣੇ ਨੇ ਗੁਰੂ ਨਾਨਕ ਦੇ। ਬਾਬਾ ਜੀ ਹੁਣ ਤਾਂ ਮੈਨੂੰ ਇੰਨੀ ਤੜਪ ਲੱਗੀ ਹੋਈ ਹੈ, ਬਸ ਤੁਸੀਂ ਮੈਨੂੰ ਛੇਤੀ ਦੇਖ ਕੇ ਗੁਰੂ ਨਾਨਕ ਦਾ ਘਰ ਦੱਸ ਦਿਓ ਕਿੱਥੇ ਹੈ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਮੈਂ ਆਪਣਾ ਜੀਵਨ ਸਫਲਾ ਕਰਨਾ ਹੈ, ਮੈਂ ਜਨਮ ਮਰਨ ਦੇ ਗੇੜਾਂ ਤੋਂ ਪਾਰ ਜਾਣਾ ਹੈ, ਮੈਂ ਸੱਚ ਨੂੰ ਮਿਲਣਾ ਹੈ। ਸੋ ਤੜਪ ਇਤਨੀ ਹੈ ਅੰਦਰ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫੜਾ ਆਪਣੇ ਘੋੜੇ ਦੀਆਂ ਲਗਾਮਾਂ ਸਾਨੂੰ, ਅਸੀਂ ਤੈਨੂੰ ਲੈ ਕੇ ਜਾਂਦੇ ਹਾਂ ਗੁਰੂ ਨਾਨਕ ਦੇ ਪਾਸ। ਸੋ
ਭਾਈ ਲਹਿਣਾ ਜੀ ਬੜੇ ਖੁਸ਼ ਨੇ ਵੀ ਤਾਂ ਸਿੱਧਾ ਹੀ ਗੁਰੂ ਨਾਨਕ ਦੇ ਘਰ ਮੈਨੂੰ ਲੈ ਜਾਣਾ, ਲਗਾਮਾਂ ਪਕੜਾ ਦਿੰਦੇ ਨੇ, ਆਪ ਘੋੜੀ ਤੇ ਸਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੈ ਕੇ ਜਾ ਰਹੇ ਨੇ ਭਾਈ ਲਹਿਣਾ ਜੀ ਨੂੰ। ਸੰਗਤ ਜੀ ਕਿਤਨਾ ਸੁੰਦਰ ਅਲੌਕਿਕ ਪਰਮਾਤਮਾ ਨੇ ਇੱਕ ਦ੍ਰਿਸ਼ ਇਸ ਧਰਤੀ ਦੇ ਉੱਤੇ ਦਿੱਤਾ ਹੈ। ਸੋ ਗੁਰੂ ਮਹਾਰਾਜ ਜੀ ਲੈ ਕੇ ਜਾ ਰਹੇ ਨੇ, ਜਦੋਂ ਪਹੁੰਚ ਜਾਂਦੇ ਨੇ ਧਰਮਸ਼ਾਲਾ ਦੇ ਅੱਗੇ, ਕਹਿੰਦੇ ਨੇ ਪੁਰਖਾ ਆ ਦਰਖਤ ਦੇ ਨਾਲ ਆਪਣੀ ਘੋੜੀ ਬੰਨ ਲਾ ਤੇ ਅੰਦਰ ਜਾ ਕੇ ਗੁਰੂ ਨਾਨਕ ਦੇ ਦਰਸ਼ਨ ਕਰ ਲਾ। ਸੋ ਭਾਈ ਲਹਿਣਾ ਜੀ ਇਸੇ ਤਰ੍ਹਾਂ ਹੀ ਕਰਦੇ ਨੇ, ਬੜਾ ਚਾਅ ਚੜਿਆ ਹੁਣ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਅੰਦਰ ਜਦੋਂ ਫਿਰ ਐਂਟਰ ਕਰਦੇ ਨੇ, ਉੱਥੇ ਬਾਬਾ ਬੁੱਢਾ ਜੀ ਹੋਰ ਵੀ ਗੁਰਸਿੱਖ ਬੜੇ ਭਾਰੀ ਭਾਰੀ ਗੁਰਸਿੱਖ ਬੈਠੇ ਨੇ। ਜਦੋਂ ਐਂਟਰ ਕਰਦੇ ਨੇ ਤਾਂ ਜਾ ਕੇ ਫਿਰ ਜਦੋਂ ਦੇਖਿਆ, ਹੈਰਾਨੀ ਦੀ ਹੱਦ ਨਾ ਰਹੀ। ਇਹ ਜੋ ਮੰਜੀ ਤੇ ਬੈਠੇ ਨੇ ਇਹ ਤਾਂ ਉਹੀ ਬਾਬਾ ਜੀ ਨੇ ਤੇ ਜਿਹੜਾ ਮੇਰੀਆਂ ਘੋੜੇ ਦੀਆਂ ਲਗਾਮਾਂ ਫੜ ਕੇ ਲੈ ਕੇ ਆਏ, ਔਰ ਮੈਂ ਘੋੜੀ ਦੇ ਉੱਤੇ ਸਵਾਰ। ਇਤਨਾ ਫਿਰ ਪੁੱਬਾਂ ਮਾਰ ਮਾਰ ਕੇ ਰੋਏ, ਅੰਦਰ ਪਛਤਾਵਾ ਸ਼ੁਰੂ ਹੋ ਗਿਆ। ਚਰਨ ਪਕੜੇ, ਭੁੱਲ ਬਖਸ਼ਾਣੀ ਸ਼ੁਰੂ ਕਰ ਦਿੱਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਅਵਗਿਆ ਹੋ ਗਈ। ਮੈਂ ਘੋੜੀ ਤੇ ਚੜ ਕੇ, ਮਹਾਰਾਜ ਤੁਸੀਂ ਪੈਦਲ, ਮੇਰੀ ਭੁੱਲ ਬਖਸ਼ੋ ਦਾਤਾ ਜੀ, ਬੜੀ ਵੱਡੀ ਅਵਗਿਆ ਹੋ ਗਈ। ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਨਾਲ ਕਹਿੰਦੇ ਨੇ, ਪੁਰਖਾ ਤੇਰਾ ਨਾਮ ਕੀ ਹੈ? ਭਾਈ ਲਹਿਣਾ ਜੀ ਕਹਿੰਦੇ ਨੇ, ਜੀ ਮੇਰਾ ਨਾਮ ਲਹਿਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਾਂ ਫਿਰ ਤੂੰ ਲੈਣਾ ਹੀ ਹੈ ਨਾ, ਤੇਰਾ ਨਾਮ ਲੈਣਾ ਹੈ, ਤੂੰ ਤਾਂ ਫਿਰ ਲੈਣਾ ਹੈ, ਤੂੰ ਲੈਣਦਾਰ ਹਾਂ, ਅਸੀਂ ਤੇਰੇ ਦੇਣਦਾਰ ਹਾਂ। ਸੋ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਚੜ ਕੇ ਹੀ ਆਉਂਦੇ ਨੇ। ਸੋ ਰਿਲੈਕਸ ਵੀ ਕਰ ਦਿੱਤਾ। ਹੁਣ ਉਹ ਭਾਈ ਲਹਿਣਾ ਜੀ ਤਾਂ ਆਪਣੇ ਭਾਵ ਦੇ ਵਿੱਚ ਨੇ, ਮੇਰੇ ਕੋਲ ਅਵਗਿਆ ਹੋ ਗਈ, ਭੁੱਲ ਹੋ ਗਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੋਰ ਇਸ਼ਾਰੇ ਕਰ ਰਹੇ ਨੇ ਰੂਹਾਨੀਅਤ ਤੇ। ਤਾਂ ਹੁਣ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਾਲੇ ਤਾਂ ਸਾਨੂੰ ਘੋੜੇ ਦੀਆਂ ਲਗਾਮਾਂ ਪਕੜਾਈਆਂ ਨਾ, ਤੈਨੂੰ ਅਸੀਂ ਗੁਰੂ ਨਾਨਕ ਤੱਕ ਪਹੁੰਚਾ ਦਿੱਤਾ, ਤੂੰ ਆਪਣੇ ਮਨ ਦੀਆਂ ਲਗਾਮਾਂ ਸਾਨੂੰ ਪਕੜਾ ਦੇ, ਅਸੀਂ ਤੈਨੂੰ ਕਰਤਾਰ ਤੱਕ ਹੀ ਪਹੁੰਚਾ ਦੇਵਾਂਗੇ। ਸੋ ਇਹੋ ਜਿਹੀਆਂ ਭਾਈ ਲਹਿਣਾ ਜੀ ਨੇ ਆਪਣੇ ਮਨ ਦੀਆਂ ਲਗਾਮਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਕੜਾਈਆਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੱਲਾ ਕਰਤਾਰ ਦੇ ਪਾਸ ਪਹੁੰਚਾਇਆ ਨਹੀਂ, ਕਰਤਾਰ ਦਾ ਰੂਪ ਹੀ ਬਣਾ ਕੇ ਰੱਖ ਦਿੱਤਾ ਭਾਈ ਲਹਿਣਾ ਜੀ ਨੂੰ। ਗੁਰੂ ਅੰਗਦ ਦੇਵ ਜੀ ਬਣਾ ਦਿੱਤਾ, ਆਪਣਾ ਅੰਗ, ਆਪਣਾ ਹੀ ਰੂਪ, ਆਪਣੀ ਹੀ ਜੋਤ ਵਿੱਚ ਪਾ ਦਿੱਤੀ। ਸੋ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਜਿਹੜੇ ਇੱਕ ਜਿਗਿਆਸੂ ਸਨ, ਦੇਵੀ ਦੀ ਪੂਜਾ ਕਰਨ ਜਾਂਦੇ ਸਨ, ਫਿਰ ਇੱਕ ਸਿੱਖ ਬਣੇ, ਫਿਰ ਗੁਰੂ ਜੋਤ ਕਿਵੇਂ ਉਹਨਾਂ ਵਿੱਚ ਪ੍ਰਵੇਸ਼ ਹੋਈ। ਸੰਗਤ ਜੀ ਉਹਨਾਂ ਦੀ ਇਹੀ ਘਾਲਣਾ ਸੀ ਕਿ ਸਤਿਗੁਰਾਂ ਦਾ ਇੱਕ ਇੱਕ ਵਚਨ ਮੰਨਦੇ ਸਨ, ਹੁਕਮ ਕਮਾਉਂਦੇ ਸਨ। ਹੁਕਮ ਮੰਨਿਆ ਹੋਵੇ ਪ੍ਰਮਾਣ, ਤਾਂ ਖਸਮੇ ਕਾ ਮਹਿਲ ਪਾਈ ਸੀ। ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰ ਦਿੰਦੇ ਸਨ, ਮਾਈਂਡ ਲੈਵਲ ਤੇ ਨਹੀਂ ਸਨ ਸੋਚਦੇ। ਜੋ ਕਿੰਨੀਆਂ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਘਟਨਾਵਾਂ ਆਉਂਦੀਆਂ ਨੇ, ਸਾਖੀਆਂ ਨੇ, ਜ਼ਿਕਰ ਹੈ, ਅਸੀਂ ਸਿਰਫ ਥੋੜਾ ਥੋੜਾ ਹੀ ਦਰਸ਼ਨ ਕਰਾਂਗੇ। ਸੋ ਸਾਖੀਆਂ ਵੱਲ ਨਹੀਂ ਜਾਵਾਂਗੇ, ਸਿਰਫ ਥੋੜੀਆਂ ਹੀ ਵਿਚਾਰਾਂ ਅਸੀਂ ਕਰਾਂਗੇ। ਸੋ ਉਦੋਂ ਤਾਂ ਭਾਈ ਲਹਿਣਾ ਜੀ ਕੁਝ ਦਿਨ ਰੁਕੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਇਲਾਹੀ ਉਪਦੇਸ਼ ਲਏ ਨੇ। ਉਸ ਤੋਂ ਬਾਅਦ ਇੱਕ ਵਾਰ ਆਪਣੇ ਘਰ ਜਾਂਦੇ ਨੇ, ਆਪਣੇ ਪਤਨੀ ਮਾਤਾ ਖੀਵੀ ਜੀ ਨੂੰ ਦੱਸਦੇ ਨੇ ਵੀ ਅਸੀਂ ਹੁਣ ਸਤਿਗੁਰਾਂ ਦੇ ਪਾਸ ਹੀ ਰਵਾਂਗੇ, ਉਹਨਾਂ ਕੋਲੋਂ ਆਪਣਾ ਜੀਵਨ ਸਫਲਾ ਕਰਾਂਗੇ। ਸੋ ਧੰਨ ਮਾਤਾ ਖੀਵੀ ਜੀ, ਜਿਨ੍ਹਾਂ ਦਾ ਇਤਨਾ ਵੱਡਾ ਸਹਿਯੋਗ ਹੈ। ਉਹ ਅਗਰ ਪਤਨੀ ਅੜ ਜਾਵੇ, ਨਾ ਜਾਣ ਦੇਵੇ, ਘਰ ਵਿੱਚ ਕਲੇਸ਼ ਵੀ ਹੁੰਦੇ ਨੇ, ਲੇਕਿਨ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਮਾਤਾ ਖੀਵੀ ਜੀ, ਉਹ ਤਾਂ ਇਤਨੇ ਠੰਡੇ ਸਨ, ਇਤਨੇ ਸ਼ਾਂਤ ਸਨ, ਇਤਨੇ ਮਿੱਠੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਜ਼ਿਕਰ ਹੈ। ਬਾਬਾ ਸੱਤਾ ਤੇ ਬਲਵੰਡ ਜੀ ਕਹਿੰਦੇ ਨੇ, ਤੇ ਜਿਹੜੇ ਮਾਤਾ ਖੀਵੀ ਜੀ ਸਨ, ਉਹ ਨੇਕ ਜਨ ਸਨ, ਇਤਨੇ ਨੇਕ ਸਨ ਕਿ ਇੰਨੀ ਠੰਡ ਪਾਉਂਦੇ ਸਨ ਜਿਵੇਂ ਰੇਗਿਸਤਾਨ ਦੇ ਵਿੱਚ ਤਪਦੀ ਦੁਪਹਿਰ, ਸਿਖਰ ਦੁਪਹਿਰਾ ਹੋਵੇ, ਕੋਈ ਵੀ ਦਰਖਤ ਨਾ ਹੋਵੇ, ਕਿੰਨੀ ਗਰਮੀ ਕਿਸੇ ਨੂੰ ਲੱਗਦੀ ਹੈ, ਪਾਣੀ ਤੋਂ ਪਿਆਸਾ, ਛਾਂ ਤੋਂ ਵੀ ਉਹ ਤੜਪ ਰਿਹਾ ਹੁੰਦਾ ਹੈ। ਸੋ ਔਰ ਅਗਰ ਉੱਥੇ ਠੰਡੇ ਘਨੇਰਾ ਦਰਖਤ ਕਿਸੇ ਨੂੰ ਮਿਲ ਜਾਵੇ ਛਾਂ ਦੇ ਲਈ, ਉਹਨੂੰ ਕਿਤਨੀ ਰਾਹਤ ਮਿਲਦੀ ਹੈ। ਇਵੇਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ ਕਿ ਅਗਰ ਕੋਈ ਅਸ਼ਾਂਤ ਹੋਵੇ, ਦੁਖੀ ਹੋਵੇ, ਪਰੇਸ਼ਾਨ ਹੋਵੇ, ਮਾਤਾ ਖੀਵੀ ਜੀ ਦੇ ਪਾਸ ਅਗਰ ਆ ਕੇ ਕੋਈ ਬੈਠ ਜਾਂਦਾ ਸੀ, ਉਹ ਇੰਨੀ ਛਾਂ ਦੇ ਦਿੰਦੇ ਸਨ ਆਪਣੇ ਪ੍ਰੇਮ ਦੀ, ਇਤਨੀ ਮਾਂ ਵਰਗਾ ਉਹ ਨਿੱਘ ਦੇ ਦਿੰਦੇ ਸਨ। ਜਿਵੇਂ ਰੇਗਿਸਤਾਨ ਵਿੱਚ ਕਿਸੇ ਨੂੰ ਛਾਂ ਮਿਲ ਜਾਵੇ, ਉਸ ਨੂੰ ਚੈਨ ਆ ਜਾਂਦੀ ਹੈ, ਇਵੇਂ ਮਾਤਾ ਖੀਵੀ ਜੀ ਦੇ ਪਾਸ ਬੈਠਣ ਦੇ ਨਾਲ ਹੀ ਉਸਦੀ ਰੂਹ ਨੂੰ ਜਿਹੜੀ ਸ਼ਾਂਤੀ ਮਿਲ ਜਾਂਦੀ ਸੀ। ਇਤਨਾ ਮਾਤਾ ਖੀਵੀ ਜੀ ਦਾ ਜੀਵਨ ਮਿਠਾਸ ਭਰਿਆ, ਠੰਡ ਵਰਸਾਉਂਦਾ ਜੀਵਨ। ਸੋ ਹੁਣ ਭਾਈ ਲਹਿਣਾ ਜੀ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਨੇ,
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੇਤਾਂ ਵਿੱਚ ਗਏ ਹੋਏ ਨੇ, ਹੋਰ ਵੀ ਸਿੱਖ ਗਏ ਹੋਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ। ਜਦੋਂ ਘਰ ਪਹੁੰਚਦੇ ਨੇ ਭਾਈ ਲਹਿਣਾ ਜੀ, ਤਾਂ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਹਿਲ, ਉਹ ਦੱਸਦੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਖੇਤਾਂ ਵਿੱਚ ਗਏ ਹੋਏ ਨੇ। ਸੋ ਭਾਈ ਲਹਿਣਾ ਜੀ ਵੀ ਉੱਥੇ ਚਲੇ ਜਾਂਦੇ ਨੇ, ਰੇਸ਼ਮੀ ਕੁੜਤਾ ਪਹਿਨਿਆ ਹੋਇਆ, ਬੜਾ ਸਾਜ ਧਾਰ ਕੇ ਆਏ ਨੇ। ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜਾ ਨਦੀਨ ਦੀ ਪੰਡ ਜਿਹੜੀ ਸੀਸ ਦੇ ਉੱਤੇ ਚੁਕਾ ਦਿੰਦੇ ਨੇ। ਸੋ ਉਹ ਚਿੱਕੜ ਨਾਲ ਭਰੀ ਹੋਈ, ਸਾਰੇ ਦਾੜਾ ਕੁੜਤਾ ਸਾਰਾ ਚਿੱਕੜ ਦੇ ਨਾਲ ਭਰ ਗਿਆ। ਘਰ ਤੱਕ ਚੱਕ ਕੇ ਲੈ ਕੇ ਆਉਂਦੇ ਨੇ। ਜਦੋਂ ਮਾਤਾ ਸੁਲੱਖਣੀ ਜੀ ਦੇਖਦੇ ਨੇ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਤੁਸੀਂ ਇਹਨਾਂ ਨੂੰ ਕਿਉਂ ਪੰਡ ਚੁਕਾਈ? ਸਾਰੇ ਉਹਨਾਂ ਦੇ ਕੱਪੜੇ ਚਿੱਕੜ ਦੇ ਨਾਲ ਭਰ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਸੁਲੱਖਣੀ ਜੀ ਨੂੰ ਵੀ ਇਹ ਪੰਡ ਇਹੀ ਚੱਕ ਸਕਦੇ ਨੇ, ਇਸ ਕਾਰਨ ਇਹਨਾਂ ਨੂੰ ਹੀ ਚੁਕਾਈ ਹੈ। ਸੋ ਇਸ਼ਾਰਾ ਸੀ, ਇਹ ਦੀਨ ਦੁਨੀਆ ਦੇ ਜਿਹੜੇ ਦੁੱਖਾਂ ਦੀ, ਰੋਗਾਂ ਦੀ, ਬੋਝ ਦੀ ਪੰਡ ਗੁਰੂ ਅੰਗਦ ਦੇਵ ਜੀ ਹੀ ਚੱਕ ਸਕਦੇ ਨੇ। ਗੁਰੂ ਨਾਨਕ ਦੀ ਜੋਤ ਹੀ ਇਹ ਚੱਕੇਗੀ, ਹੋਰ ਕਿਸੇ ਕੋਲ ਚੱਕੀ ਨਹੀਂ ਜਾਣੀ। ਸੋ ਰੂਹਾਨੀਅਤ ਦੇ ਇਸ਼ਾਰੇ ਕਰ ਰਹੇ ਨੇ। ਨਾਲ ਕਹਿੰਦੇ ਨੇ ਜਿਹੜਾ ਤੁਸੀਂ ਕਹਿੰਦੇ ਹੋ ਚਿੱਕੜ ਪੈ ਗਿਆ ਇਹਨਾਂ ਦੇ ਕੱਪੜਿਆਂ ਦੇ ਉੱਤੇ, ਇਹ ਸੇਵਾ ਕਰਕੇ ਨਾ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਚਿੱਕੜ ਮਿੱਟੀ ਘੱਟਾ ਪੈਂਦਾ ਹੈ, ਤਾਂ ਕੇਸਰ ਦਾ ਰੂਪ ਲੈ ਲੈਂਦਾ ਹੈ। ਇਹ ਤਾਂ ਕੇਸਰ ਹੈ। ਸੋ ਕੇਸਰ ਸੰਗਤ ਜੀ ਵਿਜੇ ਦਾ ਰੰਗ ਹੈ, ਜੈ ਜੈਕਾਰ ਦਾ ਰੰਗ ਹੈ। ਸੋ ਸੇਵਾ ਕਰਕੇ ਮਾਇਆ ਦੇ ਉੱਤੇ ਵਿਜੇ ਹੁੰਦੀ ਹੈ। ਮਹਿਲਾਂ ਸਾਡੀਆਂ ਸਾਫ਼ ਹੁੰਦੀਆਂ ਨੇ, ਤੋ ਜੈ ਜੈਕਾਰ ਹੁੰਦੀ ਹੈ ਮਾਇਆ ਦੇ ਉੱਤੇ। ਤੋ ਇਤਨੀ ਵੱਡੀ ਇਹ ਦਾਤ ਹੈ। ਸੇਵਾ ਕਰਕੇ ਜਿਹੜੇ ਸਾਡੇ ਕੱਪੜਿਆਂ ਤੇ ਮਿੱਟੀ ਘੱਟਾ ਪੈ ਜਾਵੇ, ਉਹ ਸਮਝ ਲਓ ਕੇਸਰ ਹੀ ਹੈ। ਸਾਡੀ ਮਾਇਆ ਤੇ ਜਿੱਤ ਹੋ ਰਹੀ, ਮਹਿਲਾਂ ਉਤਰ ਰਹੀਆਂ ਨੇ। ਸੋ ਸੰਗਤ ਜੀ ਇਤਨੇ ਪ੍ਰੇਮ ਨਾਲ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਸੇਵਾ ਕਰ ਰਹੇ ਨੇ, ਬਚਨ ਕਮਾ ਰਹੇ ਨੇ, ਵਿਚਾਰਾਂ ਸੁਣ ਰਹੇ ਨੇ, ਕਥਾ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ। ਤੋ ਕੁਝ ਘਟਨਾਵਾਂ ਜਿਹੜੀਆਂ ਨੇ ਕਿ ਮਾਈਂਡ ਲੈਵਲ ਦੀ ਖੇਡ ਹੋਰ ਹੁੰਦੀ ਹੈ, ਲੇਕਿਨ ਰੂਹ ਲੈਵਲ ਦੀ ਖੇਡ ਹੋਰ ਹੁੰਦੀ ਹੈ। ਕਿੰਨੇ ਪਰਚੇ ਪਏ ਨੇ ਭਾਈ ਲਹਿਣਾ ਜੀ ਦੇ ਉੱਤੇ। ਚਾਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਰਾਤ ਨੂੰ ਜਿਹੜੀ ਦੀਵਾਰ ਹੈ ਕਿ ਉਹ ਢਹਿ ਗਈ ਹੈ, ਹੁਣੇ ਬਣਾਉਣੀ ਸ਼ੁਰੂ ਕਰੋ। ਮਾਈਂਡ ਲੈਵਲ ਵਾਲਿਆਂ ਨੇ, ਤਰਕ ਵਾਲਿਆਂ ਨੇ ਕਿਹਾ ਵੀ ਰਾਤ ਨੂੰ ਕੀ ਜ਼ਰੂਰਤ ਹੈ ਬਣਾਉਣ ਦੀ, ਸਵੇਰ ਨੂੰ ਬਣਾਵਾਂਗੇ ਨਾ। ਲੇਕਿਨ ਭਾਈ ਲਹਿਣਾ ਜੀ ਇਹ ਸਤਿਗੁਰਾਂ ਦੇ ਵਚਨ ਨੇ, ਹੁਣੇ ਬਣਾ ਦਿੰਦੇ ਆ, ਰਾਤ ਨੂੰ ਬਣਾਉਣ ਲੱਗ ਗਏ। ਅਗਰ ਚੂਹੀ ਮਰੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨੂੰ ਬਾਹਰ ਕੱਢ ਕੇ ਆਓ, ਤਾਂ ਤਰਕਵਾਦੀ ਮਾਈਂਡ ਲੈਵਲ ਵਾਲੇ ਕਹਿ ਰਹੇ ਨੇ ਨੌਕਰ ਚਾਕਰ ਕੱਢਣਗੇ, ਅਸੀਂ ਕਿਉਂ ਕੱਢੀਏ। ਲੇਕਿਨ ਭਾਈ ਲਹਿਣਾ ਜੀ ਹੁਕਮ ਤਾਂ ਹੁਣੇ ਹੀ ਵਜਾਣਾ, ਅਸੀਂ ਕਰਾਂਗੇ। ਅਗਰ ਚਿੱਕੜ ਦੇ ਵਿੱਚ ਲੋਟਾ ਸੁੱਟ ਦਿੰਦੇ ਨੇ, ਤਾਂ ਤਰਕਵਾਦੀ ਮਾਈਂਡ ਲੈਵਲ ਵਾਲੇ ਕਹਿੰਦੇ ਨੇ ਬਥੇਰੇ ਨੇ ਘਰ ਵਿੱਚ ਭਾਂਡੇ, ਕੋਈ ਇਹਨੂੰ ਕਿਉਂ ਚਿੱਕੜ ਵਿੱਚੋਂ ਕੱਢਣਾ। ਲੇਕਿਨ ਇੱਧਰ ਭਾਈ ਲਹਿਣਾ ਜੀ ਅਸੀਂ ਤਾਂ ਹੁਕਮ ਵਜਾਣਾ ਹੈ, ਚਿੱਕੜ ਵਿੱਚੋਂ ਵੀ ਕੱਢ ਕੇ ਲਿਆ ਕੇ ਆਵਾਂਗੇ। ਸੋ ਇਸ ਤਰ੍ਹਾਂ ਦੀਆਂ ਕਿਤਨੀਆਂ ਹੀ ਘਟਨਾਵਾਂ ਨੇ। ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਰਿਆਂ ਨੂੰ ਕੁਐਸਚਨ ਕੀਤਾ, ਰਾਤ ਦਾ ਸਮਾਂ ਹੈ, ਦੱਸੋ ਭਾਈ ਕਿਤਨੀ ਰਾਤ ਬੀਤ ਗਈ ਔਰ ਕਿੰਨਾ ਸਮਾਂ ਹੋਰ ਲੱਗੇਗਾ ਰਾਤ ਬੀਤਣ ਨੂੰ, ਦਿਨ ਚੜ੍ਹਨ ਨੂੰ। ਸਾਰਿਆਂ ਨੇ ਤਾਰਾ ਦੇਖ ਦੇਖ ਕੇ ਇਸ਼ਾਰਾ ਕੀਤਾ ਕਿ ਗੁਰੂ ਮਹਾਰਾਜ ਜੀ ਉੱਥੇ ਤਾਰਾ ਹੈ, ਇਸ ਦਾ ਮਤਲਬ ਇੰਨੇ ਘੰਟੇ ਰਾਤ ਬੀਤ ਗਈ, ਇੰਨੇ ਘੰਟਿਆਂ ਬਾਅਦ ਰਾਤ ਬੀਤ ਜਾਏਗੀ, ਫਿਰ ਦਿਨ ਚੜ੍ਹੇਗਾ। ਸਭ ਨੇ ਆਪਣੇ ਆਪਣੇ ਅੰਦਾਜ਼ੇ ਲਗਾ ਕੇ ਦੱਸਿਆ। ਹੁਣ ਭਾਈ ਲਹਿਣਾ ਜੀ ਨੂੰ ਪੁੱਛ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤਾਂ ਭਾਈ ਲਹਿਣਾ ਜੀ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਕਿ ਸੱਚੇ ਪਾਤਸ਼ਾਹ ਜੀ ਅਸੀਂ ਕਿਵੇਂ ਦੱਸ ਸਕਦੇ ਹਾਂ ਕਿਤਨੀ ਰਾਤ ਬੀਤ ਗਈ ਔਰ ਕਿਤਨੀ ਬਾਕੀ ਬੀਤਣੀ ਹੈ। ਗੁਰੂ ਮਹਾਰਾਜ ਕਹਿੰਦੇ ਪੁਰਖਾ ਕਿਉਂ ਨਹੀਂ ਦੱਸ ਸਕਦੇ। ਕਹਿੰਦੇ ਮਹਾਰਾਜ ਜੀ ਸਮਾਂ ਤਾਂ ਤੁਹਾਡੇ ਹੁਕਮ ਵਿੱਚ ਹੈ, ਜਿਤਨੀ ਤੁਸੀਂ ਰਾਤ ਬਿਤਾ ਦਿੱਤੀ ਤੁਹਾਡੇ ਹੁਕਮ ਵਿੱਚ, ਜਿਤਨੀ ਤੁਸੀਂ ਆਪਣੇ ਹੁਕਮ ਵਿੱਚ ਬਿਤਾ ਦੇਣੀ ਹੈ ਬੀਤ ਜਾਏਗੀ। ਮਹਾਰਾਜ ਜੀ ਅਸੀਂ ਨਹੀਂ ਦੱਸ ਸਕਦੇ। ਇਹ ਹੈ ਰੂਹ ਦੇ ਲੈਵਲ ਦਾ ਖੇਡ। ਇੱਥੇ ਸਮਝ ਲੱਗਦਾ ਮੇਰਾ ਗੁਰੂ ਏਡੀ ਉੱਚੀ ਹਸਤੀ ਹੈ ਕਿ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਤੇ ਮਾਈਂਡ ਦੀ ਖੇਡ ਖਤਮ, ਤਰਕ ਖੇਡ ਖਤਮ ਸਾਰੀ। ਸੋ ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਸਾਡੀਆਂ ਸੰਗਤਾਂ ਆਉਣ ਵਾਲੀਆਂ ਨੇ, ਤਾਂ ਬਾਰਿਸ਼ ਹੋ ਰਹੀ ਹੈ, ਅਸੀਂ ਤਾਂ ਉਹਨਾਂ ਨੂੰ ਮਠਿਆਈ ਛਕਾਣੀ ਹੈ, ਤੁਸੀਂ ਇਹ ਜੰਡ ਦਾ ਦਰਖਤ ਝਾੜੋ, ਕਿੱਕਰ ਦਾ ਮਠਿਆਈਆਂ ਟਪਕਣਗੀਆਂ। ਬਾਬਾ ਸ਼੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ, ਦੋਨਾਂ ਪੁੱਤਰਾਂ ਨੇ ਜਵਾਬ ਦੇ ਦਿੱਤਾ ਕਿ ਸਤਿਗੁਰ ਜੀ ਦਰਖਤਾਂ ਨੂੰ ਕਦੇ ਮਠਿਆਈਆਂ ਲੱਗਦੀਆਂ ਨੇ? ਤੁਹਾਡੀ ਉਮਰ ਸਿਆਣੀ ਹੋ ਗਈ ਹੈ ਜਿਹੜੀਆਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਵੀ ਕਿਹਾ, ਤੁਸੀਂ ਦਰਖਤ ਤੇ ਚੜੋ ਤਾਂ ਹਿਲਾਓ ਉਸ ਨੂੰ, ਮਠਾਈਆਂ ਟਪਕਣਗੀਆਂ। ਭਾਈ ਲਹਿਣਾ ਜੀ ਉਸੇ ਵਕਤ ਦਰਖਤ ਦੇ ਉੱਤੇ ਚੜ੍ਹਨ ਲੱਗ ਗਏ।
ਬਾਬਾ ਸ਼੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ ਨੇ ਕਿਹਾ, ਭਾਈ ਲਹਿਣਾ ਜੀ ਇਹ ਕੀ ਕਰਦੇ ਹੋ? ਦਰਖਤਾਂ ਨੂੰ ਵੀ ਕਦੇ ਮਠਿਆਈਆਂ ਲੱਗਦੀਆਂ ਨੇ? ਅੱਗੇ ਭਾਈ ਲਹਿਣਾ ਜੀ ਕਹਿੰਦੇ ਨੇ, ਸਾਨੂੰ ਨਹੀਂ ਪਤਾ ਦਰਖਤਾਂ ਨੂੰ ਮਠਿਆਈਆਂ ਲੱਗਦੀਆਂ ਨੇ ਜਾਂ ਨਹੀਂ ਲੱਗਦੀਆਂ ਨੇ, ਸਾਨੂੰ ਤਾਂ ਇਤਨਾ ਪਤਾ ਹੈ ਬਸ ਸਾਡੇ ਗੁਰੂ ਨੇ ਹੁਕਮ ਕੀਤਾ ਹੈ ਔਰ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ। ਸੋ ਇਹੋ ਜਿਹਾ ਹੁਕਮ ਮੰਨਿਆ, ਹਰ ਇੱਕ ਆਪਣੇ ਗੁਰੂ ਦਾ ਹੁਕਮ ਮੰਨਿਆ, ਹੁਕਮ ਮੰਨਦਿਆਂ ਮੰਨਦਿਆਂ ਗੁਰੂ ਦਾ ਅੰਗ ਹੀ ਬਣ ਗਏ। ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਿਰੰਕਾਰੀ ਜੋਤ, ਉਹ ਗੁਰੂ ਨਾਨਕ ਦੀ ਜੋਤ ਭਾਈ ਲਹਿਣਾ ਦੀ ਦੇ ਵਿੱਚ ਟਿਕਾ ਕੇ ਆਪਣਾ ਅੰਗ ਬਣਾ ਲਿਆ। ਗੁਰੂ ਅੰਗਦ ਦੇਵ ਜੀ ਸੁਸ਼ੋਭਿਤ ਹੋ ਗਏ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੱਥਾ ਟੇਕ ਦਿੱਤਾ ਗੁਰੂ ਅੰਗਦ ਦੇਵ ਜੀ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ, ਪੁੱਤਰਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤਾਂ ਗੁਰੂ ਅੰਗਦ ਦੇਵ ਜੀ ਦੇ ਵਿੱਚ ਤੁਸੀਂ ਕਰਿਓ। ਇਹੀ ਤੁਹਾਡਾ ਲੋਕ ਤੇ ਪ੍ਰਲੋਕ ਸਵਾਰਨਗੇ। ਇਹ ਸੰਸਾਰ ਵਿੱਚ ਪਹਿਲੀ ਇਤਨੀ ਵੱਡੀ ਘਟਨਾ ਸੀ ਕਿ ਕਿਸੇ ਗੁਰੂ ਨੇ ਆਪਣੀ ਹਯਾਤੀ ਦੇ ਵਿੱਚ ਆਪਣੇ ਸਿੱਖ ਨੂੰ ਜਿਹੜਾ ਹੈ ਆਪਣਾ ਹੀ ਰੂਪ ਦੇ ਦਿੱਤਾ ਹੋਵੇ। ਇਹ ਗੁਰੂ ਨਾਨਕ ਦੇ ਘਰ ਦੀ ਮਹਿਮਾ ਹੈ। ਸੰਗਤ ਜੀ, ਗੁਰੂ ਅੰਗਦ ਦੇਵ ਜੀ ਜਦੋਂ ਗੁਰਤਾ ਗੱਦੀ ਦੇ ਉੱਤੇ ਬਿਰਾਜੇ ਨੇ ਤਾਂ ਫਿਰ ਜੋ ਸਾਨੂੰ ਇਲਾਹੀ ਉਪਦੇਸ਼ ਦਿੱਤੇ ਨੇ, ਅਸੀਂ ਥੋੜੇ ਜਿਹੇ ਦਰਸ਼ਨ ਕਰੀਏ। 63 ਸ਼ਲੋਕ ਨੇ, ਬਹੁਤ ਹੈ ਸਤਿਗੁਰਾਂ ਦੇ ਉਪਦੇਸ਼, ਅਸੀਂ ਇੱਕ ਵੀ ਕਮਾ ਪਾਈਏ। ਬੇਅੰਤ ਨੇ ਸਤਿਗੁਰਾਂ ਦੇ ਉਪਦੇਸ਼। ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਪ੍ਰੇਮ ਇਤਨਾ ਤੁਹਾਡਾ ਗੁਰੂ ਦੇ ਨਾਲ ਹੋਵੇ। ਸਭ ਤੋਂ ਪਹਿਲਾ ਜਿਹੜਾ ਸਤਿਗੁਰਾਂ ਦਾ ਸ਼ਲੋਕ ਹੈ ਨਾ, ਪ੍ਰੇਮ ਦਾ ਹੀ ਹੈ। ਕਹਿੰਦੇ ਨੇ, ਜਿਸ ਪਿਆਰੇ ਸੀ ਨੇਹੋ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਜਿਸ ਪਿਆਰੇ ਇਸ਼ਟ ਦੇ ਨਾਲ ਸਾਨੂੰ ਨੇਹ ਹੈ ਨਾ, ਗੁਰੂ ਦੇ ਨਾਲ, ਉਹਦੇ ਅੱਗੇ ਤਾਂ ਮਰ ਹੀ ਜਾਓ। ਮਰਨਾ ਮਤਲਬ ਆਪਣੀ ਹਉਮੈ, ਆਪਣਾ ਹੰਕਾਰ, ਆਪਣਾ ਸਿਰ ਜਿਹੜਾ ਮੈਂ ਕਰਦੇ ਹਾਂ, ਇਹ ਮਰ ਜਾਣਾ ਚਾਹੀਦਾ ਗੁਰੂ ਅੱਗੇ, ਅਗਰ ਉਸਦੇ ਨਾਲ ਪ੍ਰੇਮ ਹੈ ਤਾਂ। ਇਹੋ ਜਿਹੇ ਸਾਨੂੰ ਪ੍ਰੇਮ ਭਰੇ ਮਿੱਠੇ ਮਿੱਠੇ ਬਚਨ ਕਹੇ ਨੇ। ਫਿਰ ਗੁਰੂ ਅੰਗਦ ਦੇਵ ਜੀ ਸਾਨੂੰ ਕਹਿੰਦੇ ਨੇ, ਤੁਹਾਡੀ ਕੰਪਨੀ ਕਿਹੋ ਜਿਹੀ ਹੋਵੇ, ਸੰਗਤ ਕਿਹੋ ਜਿਹੀ ਤੁਹਾਡੀ ਹੋਵੇ। ਕਹਿੰਦੇ ਨੇ, ਸੱਤੀ ਪਹਿਰ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰਿਆ ਕੂੜੇ ਕੱਟੇ ਰਾਸ। 8 ਪਹਿਰ ਹੁੰਦੇ ਨੇ 24 ਘੰਟਿਆਂ ਵਿੱਚ। ਇੱਕ ਪਹਿਰ ਅੰਮ੍ਰਿਤ ਵੇਲੇ ਦਾ ਬੰਦਗੀ ਕਰੋ ਪਰਮਾਤਮਾ ਦੀ। ਬਾਕੀ ਜਿਹੜੇ 7 ਪਹਿਰ ਨੇ ਪੜਿਆਂ ਦੇ ਪਾਸ ਬੈਠੋ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਪੜਿਆਂ ਦਾ ਮਤਲਬ ਜਿਨ੍ਹਾਂ ਨੇ ਰੂਹਾਨੀਅਤ ਦੀ ਪੜ੍ਹਾਈ ਪੜ੍ਹ ਲਈ, ਜਿਹੜੇ ਸੱਚ ਦੇ ਨਾਲ ਜੁੜ ਗਏ, ਉਹਨਾਂ ਦੇ ਪਾਸ ਬੈਠੋ। ਉੱਥੇ ਕੀ ਹੋਵੇਗਾ? ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਉੱਥੇ ਪਾਪ ਤੇ ਪੁੰਨ ਦੀ ਵਿਚਾਰ ਹੋਵੇਗੀ। ਉਹ ਤੁਹਾਨੂੰ ਦੱਸਣਗੇ, ਭਾਈ ਆਹ ਗਲਤ ਕੰਮ ਹੈ, ਇਹ ਨਾ ਕਰਿਓ, ਆਹ ਚੰਗਾ ਕਰਮ ਹੈ, ਤੁਸੀਂ ਕਰ ਲਿਓ, ਕੂੜੇ ਕੱਟੇ ਰਾਸ। ਔਰ ਫਿਰ ਤੁਹਾਡੀਆਂ ਮਨ ਦੀਆਂ ਮੈਲਾਂ ਵੀ ਸਾਫ਼ ਹੋ ਜਾਣਗੀਆਂ। ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਿਆਂ ਦੀ ਹੀ ਬਾਣੀ ਹੈ, ਜਿਨ੍ਹਾਂ ਨੇ ਪੜ੍ਹ ਲਿਆ ਰੂਹਾਨੀਅਤ ਨੂੰ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼, ਉਹ ਗੁਰੂ ਮਹਾਰਾਜ ਜੀ ਕਹਿੰਦੇ ਨੇ, 7 ਪਹਿਰ ਤੁਹਾਡੇ ਅੰਦਰ ਚੱਲਣੇ ਚਾਹੀਦੇ ਨੇ। ਪਾਸ ਬੈਠਣ ਦਾ ਮਤਲਬ ਇਹ ਨਹੀਂ ਕਿ ਫਿਜ਼ੀਕਲ ਤੌਰ ਤੇ ਅਸੀਂ ਬੈਠੇ ਰਹੀਏ ਨਾਲ ਪੜਿਆਂ ਦੇ ਪਾਸ, ਨਹੀਂ, ਉਹ ਤਾਂ ਬੈਠ ਨਹੀਂ ਸਕਦਾ ਕੋਈ ਵੀ ਇੰਨਾ ਸਮਾਂ, ਆਪਣੀਆਂ ਕਿਰਤ ਕਮਾਈਆਂ ਵੀ ਕਰਨੀਆਂ ਨੇ। ਪਾਸ ਬੈਠਣ ਦਾ ਮਤਲਬ ਹੈ ਉਹ ਗੁਰੂ ਦੇ ਉਪਦੇਸ਼, ਉਹ ਸਾਡੇ ਅੰਦਰ 7 ਪਹਿਰ ਚੱਲਦੇ ਰਹਿਣੇ ਚਾਹੀਦੇ ਨੇ। ਸਾਨੂੰ ਕਰਮ ਕਰਨ ਵੇਲੇ ਸਾਵਧਾਨ ਹੋ ਜਾਣਾ ਚਾਹੀਦਾ ਹੈ, ਗੁਰੂ ਨੇ ਕਰਨ ਨੂੰ ਕਿਹਾ ਹੈ ਜਾਂ ਨਹੀਂ ਕਿਹਾ। ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਤੋ ਸਤਿਗੁਰਾਂ ਨੇ ਸਾਨੂੰ ਬੇਅੰਤ ਉਪਦੇਸ਼ ਨੇ, ਬੇਅੰਤ ਉਪਦੇਸ਼ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ। ਸੇਵਾ ਤੇ ਸਿਮਰਨ ਦੇ ਉਪਦੇਸ਼ ਨੇ। ਮਹਾਰਾਜ ਕਹਿੰਦੇ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸੋ ਜਿਹੜੇ ਕੌਣ ਨੇ ਸੇਵਾ ਕਰਦੇ ਨੇ? ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਉਹੀ ਸੇਵਾ ਕਰ ਸਕਦੇ ਨੇ, ਉਹੀ ਵੰਡ ਸਕਦੇ ਨੇ। ਚਾਹੇ ਤਨ ਕਰਕੇ ਸੇਵਾ ਕਰ ਲੈਣ, ਮਨ ਕਰਕੇ ਕਰ ਲੈਣ, ਧਨ ਕਰਕੇ ਕਰ ਲੈਣ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ ਨਾ, ਸਤਿਆਂ ਮਨ ਸੰਤੋਖ ਉਪਜਾਏ। ਸਤਿਆਂ ਹੁੰਦਾ ਤੇ ਦੇਣ ਵਾਲੀਆਂ, ਜਿਹੜਾ ਕੁਝ ਦੇ ਰਹੀਆਂ ਨੇ ਰੂਹਾਂ, ਉਹਨਾਂ ਨੂੰ ਸਤਿਆਂ ਕਿਹਾ ਇੱਥੇ। ਇਹ ਤੋਂ ਮਹਾਰਾਜ ਜੀ ਕਹਿੰਦੇ ਨੇ, ਦੇਣ ਵਾਲੀਆਂ ਰੂਹਾਂ ਦੇ ਅੰਦਰ ਸੰਤੋਖ ਉਪਜਦਾ ਹੈ। ਤੇ ਉਹ ਉਹਨਾਂ ਨੂੰ ਸਤਿਆਂ ਆਖੋ, ਜਿਹੜੀਆਂ ਦੇ ਕੇ ਖੁਸ਼ ਹੁੰਦੀਆਂ ਨੇ, ਸ਼ੁਕਰ ਹੈ ਸਾਡੇ ਹੱਥੋਂ ਵੀ ਕੁਝ ਦਿੱਤਾ ਗਿਆ, ਕੁਝ ਵੰਡਿਆ ਗਿਆ। ਇੱਥੇ ਗੁਰੂ ਅੰਗਦ ਦੇਵ ਜੀ ਵੀ ਉਹੀ ਗੱਲ ਕਹਿ ਰਹੇ ਨੇ, ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ।
ਸੋ ਜਿਹੜੇ ਸਬਰ ਸੰਤੋਖ ਵਾਲੀਆਂ ਰੂਹਾਂ ਨੇ ਉਹੀ ਸੇਵਾ ਕਰ ਸਕਦੀਆਂ ਨੇ, ਉਹੀ ਕੁਛ ਆਪਣਾ ਤਨ ਕਰਕੇ, ਮਨ ਕਰਕੇ, ਧਨ ਕਰਕੇ ਵੰਡ ਸਕਦੀਆਂ ਨੇ ਇਸ ਸੰਸਾਰ ਦੇ ਵਿੱਚ। ਤੋ ਨਾ ਉਹ ਫਿਰ ਮੰਦੇ ਪੈਰ ਨਹੀਂ, ਗਲਤ ਰਾਹਾਂ ਤੇ ਨਹੀਂ ਉਹ ਚੱਲਦੀਆਂ। ਉਹ ਕਿਹੜਾ ਧਰਮ ਦਰਾਉਂਦੀਆਂ, ਸੁਕ੍ਰਿਤ ਸ਼ੁਭ ਕਰਮ ਉਹ ਕਰਦੀਆਂ ਨੇ, ਏਦਾਂ ਦੇ ਧਰਮ ਵਿੱਚ ਉਹ ਰਹਿੰਦੀਆਂ ਨੇ। ਸੋ ਬੇਅੰਤ ਉਪਦੇਸ਼ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਾਰਾਜ ਜੀ ਦੇ ਸੰਗਤ ਜੀ, 63 ਸ਼ਲੋਕ ਨੇ। ਸੋ ਸਤਿਗੁਰਾਂ ਨੇ ਗੁਰਮੁਖੀ ਲਿਪੀ ਦੀ ਵੀ ਉਚਾਰਨਾ ਕੀਤੀ ਔਰ ਲੰਗਰ ਪ੍ਰਥਾ ਚਲਾਈ, ਔਰ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਵੀ ਖੋਲੇ ਕਿ ਰੂਹਾਨੀ ਉਪਦੇਸ਼ ਤਾਂ ਲੈ ਰਹੇ ਹੋ, ਨਾਲ ਸਿੱਖ ਜਿਹੜੇ ਨੇ ਫਿਜ਼ੀਕਲ ਵੀ ਫਿਟ ਰਹਿਣ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਸੇਵਾਦਾਰ ਸਿੱਖ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਹੀ ਜੋਤ ਬਣ ਗਏ, ਉਸ ਨਿਰੰਕਾਰ ਦਾ ਹੀ ਰੂਪ ਬਣ ਗਏ। ਤੋ ਸਾਨੂੰ ਸਤਿਗੁਰਾਂ ਦੇ ਜੀਵਨ ਵਿੱਚੋਂ ਉਪਦੇਸ਼ ਮਿਲਦੇ ਨੇ, ਆਪਣੇ ਗੁਰੂ ਦੇ ਹੁਕਮ ਨੂੰ ਮੰਨੀਏ, ਗੁਰੂ ਦੇ ਵਚਨਾਂ ਨੂੰ ਅਸੀਂ ਕਮਾਈਏ। ਹੈ ਔਖਾ ਲੱਗਦਾ, ਬੇਨਤੀਆਂ ਕਰੀਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਉੱਤੇ ਆਪਣੀਆਂ ਅਸੀਸਾਂ ਪਾਓ, ਆਪਣੀ ਮਿਹਰਾਂ ਭਰੀ ਦ੍ਰਿਸ਼ਟੀ ਪਾਓ, ਰਹਿਮਤ ਕਰੋ ਦਾਤਾ ਜੀ। ਸਾਨੂੰ ਵੀ ਜਨਮਾਂ ਜਨਮਾਂ ਦੇ ਵਿਛੜਿਆਂ ਨੂੰ, ਤੁਹਾਡੇ ਲਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਲੈਸਿੰਗਸ ਲਿਖੀਆਂ ਹੋਣੇ ਵੀ ਤੁਸੀਂ ਇਹ ਬਲੈਸ ਕਰ ਰਹੇ ਹੋ ਸਾਰੀ ਸੰਗਤ ਨੂੰ। ਸੋ ਕਹੋ ਟਲ ਗੁਰ ਸੇਵੀਐ, ਇਹਨੇ ਸਹਿ ਸਵਾਏ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਾਤਾ ਜੀ ਸਾਡੇ ਸਾਰੇ ਦੁੱਖ ਜਿਹੜੇ ਨੇ, ਸਾਡੀਆਂ ਜਨਮਾਂ ਜਨਮ ਦੀਆਂ ਮੈਲਾਂ ਤੁਸੀਂ ਕੱਟ ਦਿਓ ਸਾਰੀ ਸੰਗਤ ਦੀਆਂ, ਔਰ ਸਾਰਿਆਂ ਨੂੰ ਆਪਣਾ ਹੀ ਰੂਪ ਬਣਾ ਦਿਓ, ਆਪਣੇ ਵਿੱਚ ਹੀ ਪਾਰ ਬ੍ਰਹਮ ਪਰਮਾਤਮਾ ਦੇ ਵਿੱਚ ਅਭੇਦ ਕਰ ਦਿਓ ਦਾਤਾ ਜੀ। ਜਨਮਾਂ ਜਨਮਾਂ ਦੀਆਂ ਸਾਡੀਆਂ ਕੀਤੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ, ਕੋਟਾਨ ਕੋਟਾਨ ਸ਼ੁਕਰਾਨਾ। ਆਪ ਜੀ ਸਜੇ ਹੋ, ਇਸੇ ਕਾਰਨ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਪਾਏ। ਸਤਿਗੁਰਾਂ ਦੇ ਜੀਵਨ ਵਿੱਚੋਂ, ਬਾਣੀ ਦੇ ਵਿੱਚੋਂ ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਸੰਗਤ ਜੀ ਤੁਹਾਡੀਆਂ ਅਸੀਸਾਂ ਵਿੱਚ ਬਹੁਤ ਸ਼ਕਤੀ ਹੈ, ਬਹੁਤ ਬਲ ਹੈ। ਸਤਿਗੁਰ ਦਾਤਾ ਜੀ ਸਾਨੂੰ ਵੀ ਸੰਗਤ ਕਰਵਾ ਲੈਂਦੇ ਨੇ ਤੁਹਾਡੀਆਂ ਅਸੀਸਾਂ ਪਿੱਛੇ। ਸੋ ਵਰਿੰਦਰ ਕੌਰ ਜੀ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰਾਨਾ, ਧੰਨਵਾਦ ਜੀ।